ਜਾਪੈ ਆਪ ਪ੍ਰਭੂ ਤਿਹੁ ਲੋਇ। ਜੁਗ ਜੁਗ ਦਾਤਾ ਅਵਰ ਨਾ ਕੋਈ। ਜਿਉ ਭਾਵੈ ਤਿਉ ਰਾਖੈ ਰਾਖ। ਜਸ ਜਾਚਉ ਦੇਵੈ ਪਤ ਸਾਖ। ਜਾਗਤ ਜਾਗ ਰਹਾ ਤੁਧ ਭਾਵਾਂ। ਜਾਂ ਤੂੰ ਮਿਲੈ ਤਾਂ ਤੁਝੈ ਸਮਾਵਾਂ। ਜੈ ਜੈਕਾਰ ਜਪਉ ਜਗਦੀਸ਼। ਗੁਰ ਮਤਿ ਮਿਲੀਐ 20 21। ਝਖ ਬੋਲਣ ਕਿਆ ਜਗ ਸਿਉ ਬਾਤ। ਝੂਰ ਮਰੈ ਦੇਖੈ ਪਰਮਾਦ। ਜਨਮ ਮੂਏ ਨਹੀਂ ਜੀਵਨ ਆਸਾ। ਆਏ ਚੱਲੇ ਭਏ ਆਸ ਨਿਰਾਸਾ। ਝੁਰ ਝੁਰ ਝਖ ਮਾਟੀ ਰਲ ਜਾਏ। ਕਾਲ ਨਾ ਚਾਂਪੈ ਹਰ ਗੁਣ ਗਾਏ। ਪਾਈ ਨਾਮ ਨਿਧ ਹਰ ਕੈ ਨਾਇ। ਆਪੇ ਦੇਵੈ ਸਹਿਜ ਸੁਭਾਇ। ਪਾਈ ਨਾਮ ਨਿਧ ਹਰ ਕੈ ਨਾਇ। ਆਪੇ ਦੇਵੈ ਸਹਿਜ ਸੁਭਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਆਪ ਸਰਬੱਤ ਸੰਗਤ ਨੇ ਬੜੇ ਅਦਬ ਸਤਿਕਾਰ ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਹੈ। ਲੜੀਵਾਰ ਚੱਲ ਰਹੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਰਾਗ ਰਾਮਕਲੀ ਦੇ ਵਿੱਚੋਂ ਓੰਕਾਰ। ਇਸ ਬਾਣੀ ਦਾ 25 ਅਤੇ 26 ਨੰਬਰ ਪਦਾ ਬੰਦ ਆਪ ਜੀ ਨੇ ਸ਼ਰਵਣ ਕੀਤਾ ਹੈ। ਸੰਸਾਰ ਦੇ ਅੰਦਰ ਮਨੁੱਖ ਜਦੋਂ ਕੁਝ ਵੰਡਦਾ ਹੈ ਤਾਂ ਆਪਣੀ ਸਮਰੱਥਾ ਨੂੰ ਧਿਆਨ ਵਿੱਚ ਰੱਖ ਕੇ ਕੁਝ ਦਿੰਦਾ ਹੈ। ਹਜ਼ਾਰਾਂ ਵਾਲਾ ਸੈਂਕੜਿਆਂ ਵਿੱਚ ਹੀ ਵੰਡ ਸਕਦਾ ਹੈ, ਉਹ ਲੱਖਾਂ ਦੇ ਵਿੱਚ ਵੰਡਣ ਦੀ ਆਸ ਨਹੀਂ ਰੱਖ ਸਕਦਾ। ਲੱਖਾਂ ਵਾਲਾ ਹਜ਼ਾਰਾਂ ਵਿੱਚ ਵੰਡੇਗਾ ਕਿਉਂਕਿ ਉਸ ਨੂੰ ਆਪਣੀ ਸਮਰੱਥਾ ਦਾ ਗਿਆਨ ਹੈ ਵੀ ਜੇ ਲੱਖਾਂ ਹੁੰਦਿਆਂ ਮੈਂ ਲੱਖਾਂ ਵਿੱਚ ਹੀ ਵੰਡਣੇ ਸ਼ੁਰੂ ਕਰ ਦੇਵਾਂਗਾ ਤਾਂ ਇੱਕ ਦਿਨ ਮੈਨੂੰ ਵੀ ਮੰਗਣ ਵਾਲਿਆਂ ਦੀ ਕਤਾਰ ਵਿੱਚ ਖਲੋਣਾ ਪੈ ਸਕਦਾ ਹੈ। ਇਸੇ ਤਰੀਕੇ ਨਾਲ ਸੰਸਾਰ ਦੇ ਅੰਦਰ ਮਨੁੱਖ ਆਪਣੀ ਤਾਕਤ, ਆਪਣਾ ਦਾਇਰਾ, ਆਪਣੀ ਸਮਰੱਥਾ ਵੇਖ ਕੇ ਕਿ ਮੇਰੀ ਪਾਇਆ ਕਿੰਨੀ ਕੁ ਹੈ, ਉਸੇ ਹਿਸਾਬ ਦੇ ਨਾਲ ਹੀ ਦੂਸਰੇ ਨੂੰ ਕੁਝ ਦਿੰਦਾ ਹੈ। ਉਹਨਾਂ ਨੂੰ ਆਮ ਭਾਸ਼ਾ ਵਿੱਚ ਅਸੀਂ ਦਾਨੀ ਕਹਿ ਦਿੰਦੇ ਹਾਂ। ਸੰਸਾਰ ਦੇ ਵਿੱਚ ਵੀ ਉਹ ਦਾਨੀ ਸੱਜਣ ਹਨ ਜਿਹੜੇ ਆਪਣੇ ਹੱਥੋਂ ਕੁਝ ਨਾ ਕੁਝ ਦੂਸਰੇ ਨੂੰ ਦਿੰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਵੱਡਾ ਦਾਤਾ ਹੈ।
ਉਸ ਨੂੰ ਕੁਝ ਵੀ ਬਖਸ਼ਿਸ਼ ਕਰਨ ਲੱਗਿਆਂ ਆਪਣੀ ਸਮਰੱਥਾ ਨੂੰ ਤੋਲਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਬੇਅੰਤ ਤਾਕਤ ਔਰ ਸਮਰੱਥਾ ਦਾ ਮਾਲਕ ਹੈ। ਇਸ ਲਈ ਸ਼ਬਦ ਵਰਤੇ ਨੇ ਗੁਰੂ ਨਾਨਕ ਮਹਾਰਾਜ ਨੇ, ਵੱਡਾ ਦਾਤਾ ਤੇਲ ਨਾ ਤਮਾਏ। ਉਹ ਦਾਤਾ ਬਹੁਤ ਵੱਡਾ ਹੈ, ਤੇ ਸੰਸਾਰ ਅੰਦਰ ਜਦੋਂ ਕੋਈ ਮਨੁੱਖ ਕਿਸੇ ਨੂੰ ਕੁਝ ਦਿੰਦਾ ਹੈ ਤੇ ਨਾਲ ਇੱਕ ਤਮਾ ਹੁੰਦਾ ਹੈ, ਇੱਕ ਮਨ ਦੇ ਅੰਦਰ ਭਾਵਨਾ ਹੁੰਦੀ ਹੈ, ਲਾਲਚ ਹੁੰਦਾ ਹੈ। ਜਾਂ ਤਾਂ ਮਨੁੱਖ ਦੇ ਅੰਦਰ ਇਹ ਤਮਾ ਹੈ ਕਿ ਮੈਨੂੰ ਬਹੁਤ ਕੁਝ ਇਹਦੇ ਇਵਜ਼ ਵਿੱਚ ਮਿਲ ਜਾਏ, ਦੂਣਾ ਹੋ ਕੇ ਮਿਲੇ, 10 ਗੁਣਾ ਹੋ ਕੇ ਮਿਲੇ। ਜਾਂ ਦੇਣ ਵਾਲੇ ਦੇ ਮਨ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਮੇਰਾ ਪਰਲੋਕ ਸਵਰ ਜਾਏ, ਮੈਨੂੰ ਪਰਲੋਕ ਵਿੱਚ ਸੁੱਖ ਮਿਲੇ। ਤੇ ਜੇ ਹੋਰ ਕੁਝ ਨਾ ਹੋਵੇ ਤੇ ਇਹ ਆਸ ਮਨ ਅੰਦਰ ਬੰਦਾ ਤਮਾ ਰੱਖਦਾ ਹੈ ਵੀ ਮੈਨੂੰ 4 ਬੰਦੇ ਚੰਗਾ ਤੇ ਕਹਿਣ, ਕਿਉਂਕਿ ਮੈਂ ਇੱਕ ਨੇਕ ਕੰਮ ਕੀਤਾ। ਕੁਝ ਨਾ ਕੁਝ ਮਨੁੱਖ ਦੇ ਮਨ ਅੰਦਰ ਵੰਡਣ ਲੱਗਿਆਂ, ਕਿਸੇ ਨੂੰ ਕੁਝ ਦੇਣ ਲੱਗਿਆਂ ਤਮਾ ਹੈ। ਪਰ ਸਤਿਗੁਰੂ ਆਖਦੇ ਉਹ ਦਾਤਾ ਜਿੱਡਾ ਵੱਡਾ ਹੈ, ਦਾਤਾਂ ਜਿੰਨੀਆਂ ਵੱਡੀਆਂ ਦਿੰਦਾ ਹੈ, ਪਰ ਤਮਾ ਉਹਦੇ ਅੰਦਰ ਰੰਚਕ ਮਾਤਰ ਵੀ ਨਹੀਂ। ਨਾ ਉਸ ਨੂੰ ਇਹ ਆਸ ਹੈ ਵੀ ਸੰਸਾਰ ਦੇ ਲੋਕ ਮੇਰੀ ਵਡਿਆਈ ਨੂੰ ਵੇਖ ਕੇ ਮੇਰੇ ਦਾਤੇ ਹੋਣ ਦੇ ਸੋਹਲੇ ਗਾਉਣ, ਮੈਨੂੰ ਵੱਡਾ ਆਖਣ। ਉਹਨੂੰ ਆਪਣੀ ਵਡਿਆਈ ਦਾ ਵੀ ਕੋਈ ਸ਼ੌਂਕ ਨਹੀਂ, ਕੋਈ ਤਮਾ ਨਹੀਂ, ਕੋਈ ਲਾਲਚ ਨਹੀਂ। ਉਸ ਦਾਤੇ ਦੇ ਪਰਥਾਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਸਤਿਗੁਰਾਂ ਨੇ ਆਖਿਆ ਹੈ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਹੇ ਵਾਹਿਗੁਰੂ, ਤੂੰ ਮੁਕੰਮਲ ਦਾਤਾ ਹੈ, ਅਧੂਰੀ ਦਾਤ ਤੂੰ ਨਹੀਂ ਦਿੰਦਾ। ਔਰ ਉਸ ਬਾਬਤ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਾਚੇ ਸਾਹਿਬਾ, ਸਾਹਿਬ ਕਹਿੰਦੇ ਨੇ ਮਾਲਕ ਨੂੰ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਜਿਸ ਉੱਪਰ ਵੀ ਤੂੰ ਆਪਣੀ ਬਖਸ਼ਿਸ਼ ਕਰਦਾ ਹੈ, ਉਹ ਤੇਰੀਆਂ ਦਾਤਾਂ ਨਾਲ ਭਰਪੂਰ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਇਸੇ ਲਈ ਭਾਈ ਗੁਰਦਾਸ ਜੀ ਸਾਨੂੰ ਉਚੇਚੇ ਤੌਰ ਉੱਪਰ ਇਸ ਗੱਲ ਵੱਲ ਸਾਡਾ ਧਿਆਨ ਖਿੱਚਦੇ ਨੇ। ਉਹ ਆਖਦੇ ਨੇ, ਐਸੇ ਦਾਤੇ ਕੋਲੋਂ ਮੰਗਣੀ ਕਿਉਂ ਜਾਈਏ। ਜਿਸ ਦਾਤੇ ਕੋਲ ਇੱਕ ਵਾਰ ਫਰਿਆਦ ਕਰਨ ਤੋਂ ਬਾਅਦ ਵੀ ਗੁੰਜਾਇਸ਼ ਰਹਿ ਜਾਏ ਕਿ ਅਜੇ ਵੀ ਘਾਟ ਹੈ, ਕੁਝ ਹੋਰ ਵੀ ਚਾਹੀਦਾ ਹੈ। ਸ਼ਬਦ ਉਹਨਾਂ ਨੇ ਵਰਤੇ ਨੇ, ਦਾਤਾ ਉਹ ਨਾ ਮੰਗੀਐ ਫਿਰ ਮੰਗਣ ਜਾਈਏ। ਐਸੇ ਹੋਸ਼ੇ ਦਾਤੇ ਕੋਲ ਕਿਉਂ ਜਾਈਏ ਜਿਸ ਕੋਲ ਜਾਣ ਦੀ ਦੁਬਾਰਾ ਵੀ ਗੁੰਜਾਇਸ਼ ਰਹਿ ਜਾਏ, ਜਿਹੜਾ ਬਾਰ-ਬਾਰ ਤਰਲੇ ਕਢਵਾਏ, ਬਾਰ-ਬਾਰ ਜਿਸ ਅੱਗੇ ਨਿਉਣਾ ਪਵੇ, ਬਾਰ-ਬਾਰ ਜਿਸ ਅੱਗੇ ਜਾ ਕੇ ਆਪਣੀ ਬਿਰਥਾ ਕਹਿਣੀ ਪਵੇ। ਕਿਉਂ ਨਾ ਐਸੇ ਸਮਰੱਥ ਅਕਾਲ ਪੁਰਖ ਵਾਹਿਗੁਰੂ ਦਾਤੇ ਦੇ ਅੱਗੇ ਹੀ ਨਿਉ ਜਾਈਏ, ਜਿਸ ਦੀ ਦਿੱਤੀ ਹੋਈ ਦਾਤ ਮਨੁੱਖ ਨੂੰ ਤ੍ਰਿਪਤ ਕਰ ਦਿੰਦੀ ਹੈ। ਤੇ ਦਾਤ ਵੀ ਉਸ ਕੋਲੋਂ ਕੀ ਮੰਗੀਏ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਗੁਰੂ ਪਿਆਰ ਵਾਲਿਓ, ਡਿਪੈਂਡ ਕਰਦਾ ਹੈ, ਨਿਰਭਰ ਕਰਦਾ ਹੈ ਵੀ ਦਾਤਾ ਕਿਹੋ ਜਿਹਾ ਹੈ, ਕਿੰਨੀ ਕੁ ਸਮਰੱਥਾ ਦਾ ਮਾਲਕ ਹੈ। ਤੇ ਦੂਜੀ ਗੱਲ ਇਹ ਕਿ ਜੋ ਮੰਗਿਆ ਗਿਆ ਉਹ ਹੈ ਕੀ। ਕਿਉਂਕਿ ਕੁਝ ਐਸੀਆਂ ਚੀਜ਼ਾਂ ਵੀ ਨੇ ਜੋ ਮੰਗੀਆਂ ਨੇ ਤੇ ਦੁਬਾਰਾ ਮੰਗਣੀਆਂ ਪੈਣਗੀਆਂ, ਤ੍ਰਿਪਤੀ ਨਹੀਂ ਹੋਵੇਗੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਤੇ ਮੁਕੰਮਲ ਦਾਤਾ ਹੈ। ਔਰ ਮੈਨੂੰ ਗੁਰੂ ਕੋਲੋਂ ਇਹ ਸੋਝੀ ਆਈ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੋਰ ਜੋ ਵੀ ਮੈਂ ਮੰਗਾ ਉਹ ਥਿਰ ਨਹੀਂ, ਟਿਕਾ ਵਾਲਾ ਨਹੀਂ, ਸਦਾ ਲਈ ਤ੍ਰਿਪਤੀ ਨਹੀਂ ਦਿੰਦਾ, ਸਦਾ ਕੋਲ ਨਹੀਂ ਰਹਿੰਦਾ। ਇਸ ਕਰਕੇ ਮੈਂ ਤੇਰੀ ਯਾਦ ਮੰਗਦਾ ਹਾਂ, ਤੇਰੀ ਸਿਫਤ ਮੰਗਦਾ ਹਾਂ, ਤੇਰੀਆਂ ਵਡਿਆਈਆਂ ਦੀ ਬਖਸ਼ਿਸ਼ ਮੰਗਦਾ ਹਾਂ। ਇਹ ਐਸੀ ਚੀਜ਼ ਹੈ ਜਿਹੜੀ ਜੀਵਨ ਵਿੱਚ ਅਗਰ ਟਿਕ ਜਾਏ ਤਾਂ ਸਦਾ ਤਸੱਲੀ ਹੈ, ਸਦਾ ਹੀ ਆਰਾਮ ਹੈ, ਮਨ ਨੂੰ ਸਕੂਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਇੱਕ ਹੋਰ ਪੱਖ ਮੈਂ ਆਪ ਜੀ ਦੇ ਨਾਲ ਸਾਂਝਾ ਕਰਨਾ ਹੈ। ਇਹ ਠੀਕ ਹੈ ਵੀ ਸੰਸਾਰ ਵਿੱਚ ਜੋ ਕੋਈ ਕੁਝ ਦਿੰਦਾ ਹੈ ਆਪਣੇ ਹੱਥੋਂ, ਉਸ ਨੂੰ ਅਸੀਂ ਦਾਨੀ ਕਹਿ ਕੇ
वड्याउंदे आ भी ये दानी है। धर्म अस्थानां दीयां कंधां उपर, रसीदां उपर, हर जगह उपर ये दानी सज्जणां दीयां सूचियां छपदियां ने, ये दानी है। पर गुरु नानक महाराज ने ना इसकी जगह ते एक शब्द सानू दिता। दान का अर्थ हुंदा है देना। गुरु नानक महाराज ने जिहड़े 3 मुख सिद्धांत जिन्हां नूं सिੱਖੀ दा, गुरमत दा, सिख मत दा आधार मन्निया जांदा है, वो 3 मुढ़ले असूल ने गुरु नानक महाराज जी वालों सानू निचोड़ कढ़ के दिते हुए। पहला है अकाल पुरख का नाम जपना, दूसरा है धर्म की किरत करनी, ते तीसरा है वंड के छकना। उत्ते शब्द दान देना नहीं वरतिया, वंड के छकना वरतिया। इस विच भी एक राज है, एक कारण है, क्योंकि गुरु महाराज ऐसियां भावनावां मनुख दे अंदर जगाउणा चाहुंदे ने जिहड़ियां भावनावां मनुख नूं सचिआरियां कर देण, उच्चियां कर देण, उहदे हर कर्म और उहदी सोच दे अंदर इन्नी पवित्रता होवे भी जरा जिन्ना भी उस तों आत्मक, मानसिक, शरीरक, समाजिक कोई नुकसान ना हुंदा होवे। जिस मनुख दे कोल कुछ बहुत है, वो जदों अपने हथों कुछ दिंदा है ते वो ते दानी हो गया। देण वाला ते लैण वाला की होया? सुभावक है, वो मंग खाण वाला होएगा, मंगता होएगा। मन लवो कोई बहुत धनी जां कोई बहुत किसी पक्ष तो अगे निकल चुकिया, विकास कर चुकिया बंदा जदों अपने हथों दूसरे नूं दिंदा है कुछ ते असीं उहनूं कहने आ भी ये दानी है। हुण दानी दे सामने ते भिखारी ही हो सकता है ना, होर कौन हो सकता है? इहदा भाव है जो पछड़ गया है, जिहदी सहायता की जा रही है, जिहदी मदद की जा रही है, ਉਹਦੇ ਲਈ ਇੱਕੋ ਹੀ ਥਾਂ ਬਚਦੀ ਹੈ ਦਾਨੀ ਦੇ ਸਾਹਮਣੇ ਖਲੋਣ ਦੀ, ਉਹ ਹੈ ਭਿਖਾਰੀ ਦੀ, ਉਹ ਹੈ ਮੰਗਤੇ ਦੀ, ਉਹ ਹੈ ਮੰਗ ਲੈਣ ਵਾਲੇ ਦੀ। ਮਦਦ ਵੀ ਕੀਤੀ ਪਰ ਇਨਸਾਨ ਨੂੰ ਉਸ ਜਗ੍ਹਾ ਤੇ ਖਲਿਆਰ ਕੇ ਉਹਦੀ ਪੱਤ ਵੀ ਰੋਲ ਦਿੱਤੀ। ਗੁਰੂ ਨਾਨਕ ਮਹਾਰਾਜ ਨੂੰ ਇਹ ਸ਼ਬਦ ਇੰਨਾ ਪ੍ਰਵਾਨ ਹੀ ਨਹੀਂ ਚੜਿਆ, ਇਸ ਕਰਕੇ ਉਹਨਾਂ ਸ਼ਬਦ ਵਰਤਿਆ ਵੰਡ ਕੇ ਛਕਣਾ। गौर करना इस विच कितना डूंगा मानसिक आत्मक राज है। वंडिया गया किसी नूं उचिया नहीं बनाउंदा ते किसी नूं नीविया नहीं बनाउंदा, सब नूं बराबर कर दिंदा है। गुरु ने उत्थे ये नहीं आख्या भी सिख ने दान देना है, हाँ तू दे ते रहा है अपने हथों, पर तू भावना ये नहीं रखनी भी मैं दाता हो गया। तू भावना ये रखनी है कि गुरु ने मैनू ये जो सबक दिता है भी एक पिता एकस एक हम बारक तू मेरा गुरहाई, मैं तो संसार दे रब दे बनाए इन्हां बंदियां नाल वंड के छक रहा, दान नहीं दे रहा मैं। ना मैं दाता ते ना मेरे सामने खड़ा कोई भिखारी है, ये भी मेरे वर्गा रब दा बनाया बंदा है। मैं तो बस जो मेरे कोल रब दा दिता है उसनूं वंड के इन्हां दे नाल साझा कर रहा। बस वो साझा करना, वो साझा कर लैण वाली गल नूं सतगुरु गुरु ग्रंथ साहब महाराज सच्चे पातशाह जी आखदे ने भी ये वंडिया गया। हुण गौर करना, सतगुरु गुरु ग्रंथ साहब महाराज की अमृतमयी पावन बाणी दे अंदर ऐसे अनेक ही वचन ने। धन गुरु अर्जन साहब महाराज सुखमनी साहब की मुबारक बाणी विच बख्शिश करते हैं, जे कोई होए बह दातार, जे कोई दाता बनने की कोशिश करता है संसार दे अंदर भी मैं दातार हो गया, दाता देण की ताकत रखदा, तिस देनहार जानै गवार। उस दातार वड्डे दाते की नज़र दे अंदर मूर्ख साबित हुंदा है भी रब दियां ही दित्तियां होईयां दातां नूं अगे देण दे विच इन्ने दे विच ही इंसान दाता हो गया। सवाल तो समझण दा है। हुण सतगुरु गुरु ग्रंथ साहब महाराज की मुबारक बाणी नूं जदों असीं पढ़दे हां, उत्थे महाराज कहते ने जगत भिखारी फिरत है सबको दाता राम। सारा संसार भिखारी है और अकाल पुरख वाहिगुरु ही को एक दाता है, जिसने जियो पाए पिंड जिन साजिया दिता पहनण खाण। शरीर भी ओदा, जिंद भी ओदी, श्वास भी ओदे, इस संसार दा वर्तन वालेवा ये सब पसारा उसे दा ही बख्शिश कीता होया साडे पल्ले है, साडे कोल है। मैं एक गाथा तुहाडे नाल सांझी करां भी जिन्हां चीज़ां दे आधार उत्ते बंदा कई बार अपने आप नूं दाता साबित करदा है, जदों वो खैड़ा छड्ड जांदियां ने फिर मनुख दे पल्ले नमोशी भी सब तो वड्डी पैंदी है।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਰਾਜ ਉੱਪਰ 1849 ਉੱਪਰ ਪੰਜਾਬ ਦੀ ਧਰਤੀ ਤੇ ਅੰਗਰੇਜ਼ਾਂ ਨੇ ਸਿੱਖ ਰਾਜ ਦੀ ਹੋਂਦ ਨੂੰ ਮਿਟਾ ਕੇ ਆਪਣਾ ਝੰਡਾ ਝੁਲਾ ਲਿਆ ਔਰ ਆਪਣਾ ਰਾਜ ਪਾਟ ਕਾਇਮ ਕਰ ਲਿਆ। ਬੜੀ ਹੀ ਦੁਖਦਾਈ ਗਾਥਾ ਹੈ ਇਤਿਹਾਸ ਦੇ ਇਹ ਪੰਨਿਆਂ ਦੀ। ਔਰ ਇਹ ਉਹ ਵਕਤ ਸੀ ਜਦੋਂ ਮਹਾਰਾਣੀ ਜਿੰਦ ਕੌਰ ਉਸ ਨੂੰ ਉਸ ਦੇ ਪੁੱਤਰ ਨਾਲੋਂ, ਕੰਵਰ ਦਲੀਪ ਸਿੰਘ ਨਾਲੋਂ, ਮਹਾਰਾਜਾ ਦਲੀਪ ਸਿੰਘ ਨਾਲੋਂ ਜੁਦਾ ਕਰ ਦਿੱਤਾ ਗਿਆ। ਖੈਰ, ਕਹਾਣੀ ਬੜੀ ਦੁਖਦਾਈ ਔਰ ਲੰਬੀ ਹੈ। ਮਹਾਰਾਣੀ ਜਿੰਦ ਕੌਰ ਨੂੰ ਕਿਲੇ ਵਿੱਚ ਬੰਦ ਕੀਤਾ ਜਾਂਦਾ ਹੈ। ਉਥੋਂ ਕਿਸੇ ਤਰ੍ਹਾਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੀ ਹੈ। ਨੇਪਾਲ ਦੇ ਰਾਜੇ ਕੋਲ ਸ਼ਰਨ ਲੈਣ ਜਾਂਦੀ ਹੈ, ਪਰ ਉਹਦੀ ਬੇਬਸੀ, ਉਹਦੀ ਮਜਬੂਰੀ ਔਰ ਨਾ ਕੁਝ ਕਰ ਸਕਣ ਦੀ, ਮਦਦ ਨਾ ਕਰ ਸਕਣ ਦੀ ਅਸਮਰੱਥਾ ਜਿਹੜੀ ਹੈ, ਇਹ ਸਭ ਕੁਝ ਉਹਦੀਆਂ ਅੱਖਾਂ ਦੇ ਸਾਹਮਣੇ ਹੈ। ਗੱਲ ਕੀ ਫਿਰਦੀ ਫਰਾਉਂਦੀ ਜੰਗਲਾਂ ਦਾ, ਪਹਾੜਾਂ ਦਾ ਪੈਂਡਾ ਤੈਅ ਕਰਦੀ। ਪੰਜਾਬ ਦੀ ਮਲਕਾ ਮਹਾਰਾਣੀ ਜਿੰਦ ਕੌਰ ਆਪਣੀ ਇੱਕ ਸਾਥਣ ਦੇ ਨਾਲ, ਗੋਲੀ ਦੇ ਨਾਲ, ਨੌਕਰਾਣੀ ਦੇ ਨਾਲ, ਤੁਸੀਂ ਗੌਰ ਕਰੋ, ਕੋਈ ਸਮਾਂ ਸੀ ਜਦੋਂ ਉਸ ਨੌਕਰਾਣੀ ਨੂੰ ਤਰਸ ਦੇ ਆਧਾਰ ਦੇ ਉੱਤੇ ਮਹਾਰਾਣੀ ਨੇ ਆਪਣੇ ਕੋਲ ਨੌਕਰੀ ਦਿੱਤੀ, ਪਰ ਉਸਨੇ ਕਿੰਨਾ ਸਿਰੜ ਰੱਖਿਆ ਵੀ ਇੰਨੇ ਦੁਖਦਾਈ ਸਮੇਂ ਦੇ ਵਿੱਚ ਵੀ ਉਹਨੇ ਸਾਥ ਨਿਭਾਉਣ ਵਿੱਚ ਕੋਈ ਕਸਰ ਨਾ ਬਾਕੀ ਰਹਿਣ ਦਿੱਤੀ। ਬੜੀ ਤਕਲੀਫ ਦਾ ਸਮਾਂ ਹੈ। ਬੰਦਾ ਸੋਚਦਾ ਮੈਂ ਨੌਕਰੀ ਉੱਥੇ ਕਰਾਂ ਜਿੱਥੇ ਮਾਲਕ ਸੁਖੀ ਹੋਵੇ। ਦੁਖੀ ਮਾਲਕ ਦੇ ਕੋਲ ਤਾਂ ਨੌਕਰ ਵੀ ਦੁਖੀ ਰਹੇਗਾ ਨਾ। ਜਿਹੜਾ ਮਾਲਕ ਦੁੱਖ ਵਿੱਚ ਹੈ ਉਹਦਾ ਨੌਕਰ ਸੁਖੀ ਕਿਵੇਂ ਰਹਿ ਸਕਦਾ? ਹਰ ਆਦਮੀ ਐਸੀ ਥਾਂ ਭਾਲਦਾ ਵੀ ਅਗਰ ਮੈਂ ਕੰਮ ਹੀ ਕਰਨਾ ਹੈ, ਨੌਕਰੀ ਕਰਨੀ ਹੈ, ਤੇ ਕਿਸੇ ਸੁਖੀ ਮਾਲਕ ਕੋਲ ਕਰਾਂ, ਖੁਸ਼ਹਾਲ ਮਾਲਕ ਕੋਲ ਕਰਾਂ। ਜਿੰਨਾ ਚਿਰ ਮਾਲਕ ਦੇ ਪੱਲੇ ਖੁਸ਼ਹਾਲੀ ਰਹਿੰਦੀ ਏ, ਨੌਕਰ ਵੀ ਖੁਸ਼ ਰਹਿੰਦੇ ਨੇ। ਜਦੋਂ ਮਾਲਕ ਦੇ ਪੱਲੇ ਕੰਗਾਲੀ ਪੈ ਜਾਏ, ਦੁੱਖ ਦਾ ਸਮਾਂ ਆ ਜਾਏ, ਵਿਪਦਾ ਦਾ ਸਮਾਂ ਆ ਜਾਏ, ਨੌਕਰ ਖਿਸਕਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਹੁਣ ਇੱਥੇ ਕੀ ਰੱਖਿਆ, ਆਪਾਂ ਤੇ ਨੌਕਰ ਆ ਨਾ। ਪਰ ਦਾਤ ਦੇਣੀ ਬਣਦੀ ਏ ਐਸੇ ਲੋਕਾਂ ਦੀ ਜਿਹੜੇ ਕੇਵਲ ਮਾਲਕ ਤੇ ਨੌਕਰ ਦੇ ਰਿਸ਼ਤੇ ਤੋਂ ਵੀ ਅੱਗੇ ਜਾ ਕੇ ਇੱਕ ਇਨਸਾਨੀ ਫਰਜ਼ ਵੀ ਪਾਲਣ ਦਾ ਸੁਭਾਅ ਰੱਖਦੇ ਨੇ। ਉਹ ਇਨਸਾਨ ਵੀ ਬਣੇ ਰਹਿੰਦੇ ਨੇ। ਉਸ ਨੌਕਰਾਣੀ ਨੇ ਬੜੀ ਮਦਦ ਕੀਤੀ ਮਹਾਰਾਣੀ ਜਿੰਦ ਕੌਰ ਦੀ, ਔਰ ਬੜਾ ਹੀ ਘੋਰ ਬਿਖੜਾ ਪੈਂਡਾ ਤੈਅ ਕਰਦਿਆਂ ਨਾ ਮਹਾਰਾਣੀ ਨੂੰ ਭੁੱਖ ਲੱਗੀ। ਉਹੀ ਸਾਰਾ ਔਖਾ ਸੌਖਾ ਜਿਵੇਂ ਵੀ ਹੋ ਸਕੇ ਇੰਤਜ਼ਾਮ ਉਹੀ ਕਰਦੀ, ਜੋ ਵੀ ਸੁੱਕਾ ਸੀਧਾ ਰੁੱਖਾ ਮਿੱਸਾ ਖਾਣ ਲਈ ਮਿਲ ਜਾਏ। ਪੈਂਡਾ ਤੈਅ ਕਰ ਰਹੀਆਂ ਸਨ ਤੇ ਇੱਕ ਜੰਗਲ ਦੇ ਵਿੱਚ, ਇਲਾਕੇ ਦੇ ਵਿੱਚ ਇੱਕ ਸਾਧੂ ਦਾ ਡੇਰਾ ਹੈ। ਮਹਾਰਾਣੀ ਨੇ ਆਪਣੇ ਮਨ ਦੀ ਖੁਆਹਿਸ਼ ਜ਼ਾਹਰ ਕੀਤੀ, ਆਪਣੀ ਗੋਲੀ ਦੇ ਕੋਲ ਕਹਿਣ ਲੱਗੀ ਵੀ ਮੈਨੂੰ ਭੁੱਖ ਬਹੁਤ ਲੱਗੀ ਹੈ, ਕੁਝ ਖਾਣ ਦਾ ਪ੍ਰਬੰਧ ਹੋ ਸਕਦਾ ਹੈ? ਉਹ ਸਾਧੂ ਦੇ ਡੇਰੇ ਉੱਤੇ ਉਹ ਗੋਲੀ ਗਈ, ਔਰ ਉੱਥੇ ਜਾ ਕੇ ਜਦੋਂ ਉਹਨੇ ਕੁਝ ਮੰਗਿਆ ਵੀ ਸਾਨੂੰ ਖਾਣ ਵਾਸਤੇ ਚਾਹੀਦਾ ਹੈ, ਅਸੀਂ ਭੁੱਖੀਆਂ ਹਾਂ, ਬੜੀਆਂ ਪਰੇਸ਼ਾਨ ਹਾਂ, ਚੇਲੇ ਨੇ ਜਵਾਬ ਦਿੱਤਾ, ਸੇਵਾਦਾਰ ਨੇ ਜਵਾਬ ਦਿੱਤਾ, ਕਹਿਣ ਲੱਗਿਆ ਵੀ ਜੋ ਵੀ ਮਿਲੇਗਾ ਨਾ ਇੱਥੇ ਬੈਠ ਕੇ ਸਾਹਮਣੇ ਪੰਗਤ ਵਿੱਚ ਖਾਣਾ ਪਏਗਾ, ਕਿਸੇ ਨੂੰ ਨਾਲ ਲਿਜਾਣ ਦੀ ਆਗਿਆ ਨਹੀਂ, ਕਿਉਂਕਿ ਇੱਥੋਂ ਦਾ ਇੱਕ ਅਸੂਲ ਹੈ, ਇੱਥੋਂ ਦਾ ਇੱਕ ਨਿਯਮ ਹੈ। ਗੋਲੀ ਵਾਪਸ ਆਈ, ਕਹਿਣ ਲੱਗੀ ਮਹਾਰਾਣੀ ਸਾਹਿਬਾ, ਮੈਨੂੰ ਇਸ ਗੱਲ ਦਾ ਅਫਸੋਸ ਹੈ ਵੀ ਮੈਂ ਉਸ ਕਦਰ ਤੁਹਾਡੀ ਮਦਦ ਨਹੀਂ ਕਰ ਸਕਾਂਗੀ, ਆਪਾਂ ਨੂੰ ਦੋਵਾਂ ਨੂੰ ਹੀ ਉੱਥੇ ਜਾਣਾ ਪਏਗਾ ਔਰ ਉੱਥੇ ਬੈਠ ਕੇ ਹੀ ਜੋ ਕੁਝ ਮਿਲੇਗਾ ਛਕਣਾ ਪਏਗਾ। ਖੈਰ ਗੱਲ ਕੀ, ਉਹ ਇੱਕ ਪੰਗਤ ਵਿੱਚ ਜਾ ਕੇ ਬਹਿ ਗਈਆਂ ਜਿੱਥੇ ਕੁਝ ਹੋਰ 2-4 ਲੋੜਵੰਦ ਬੈਠੇ ਸਨ। ਇੱਕ ਸੇਵਾਦਾਰ ਆਇਆ, ਉਹ ਕੇਲੇ ਦੇ ਪੱਤਰ, ਕੇਲੇ ਦਾ ਪੱਤਾ ਬਹੁਤ ਚੌੜਾ ਹੁੰਦਾ ਹੈ, ਉਹ ਸਾਰਿਆਂ ਦੇ ਹੱਥਾਂ ਤੇ ਰੱਖ ਗਿਆ। ਦੂਸਰਾ ਆਇਆ, ਉਸਨੇ ਇੱਕ ਖੁੱਲੇ ਜਿਹੇ ਭਾਂਡੇ ਦੇ ਵਿੱਚੋਂ ਹਰ ਦੀ ਭੁੱਜੀ ਹੋਈ ਦਾਲ ਜਿਹੜੀ ਸੀ ਉਹ ਲੱਪ ਭਰ ਕੇ ਉਸ ਕੇਲੇ ਦੇ ਪੱਤਰ ਦੇ ਉੱਤੇ ਪਾਉਣੀ ਸ਼ੁਰੂ ਕਰ ਦਿੱਤੀ। ਤੁਸੀਂ ਜ਼ਰਾ ਮਹਿਸੂਸ ਕਰਕੇ ਵੇਖੋ, ਮਹਾਰਾਣੀ ਨੇ ਆਪਣਾ ਹੱਥ ਅੱਡਿਆ ਹੋਇਆ, ਉੱਤੇ ਕੇਲੇ ਦਾ ਪੱਤਰ ਪਿਆ, ਇੱਕ ਸੇਵਾਦਾਰ ਆਇਆ ਔਰ ਹਰ ਦੀ ਭੁੱਜੀ ਹੋਈ ਦਾਲ ਦੀ ਲੱਪ ਉਹਦੇ ਉੱਤੇ ਪਾ ਗਿਆ। ਅੱਜ ਮਹਾਰਾਣੀ ਨੇ ਹੱਥ ਅੱਡਿਆ, ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰ। ਉਹਦੀਆਂ ਅੱਖਾਂ 'ਚ ਅੱਥਰੂ ਆ ਗਏ। ਗੋਲੀ ਨੇ ਵੇਖਿਆ ਆਪਣੀ ਮਹਾਰਾਣੀ ਮਲਕਾ ਦੇ ਚਿਹਰੇ ਵੱਲ ਔਰ ਮੋਢੇ ਤੇ ਹੱਥ ਰੱਖ ਕੇ ਨਹੀਂ ਆਖਿਆ, ਮਹਾਰਾਣੀ ਸਾਹਿਬਾ ਮੈਂ ਤੁਹਾਡੇ ਦਿਲ ਦਾ ਦਰਦ ਸਮਝਦੀ ਹਾਂ। ਲਾਹੌਰ ਦੇ ਕਿਲੇ ਦੇ ਵਿੱਚ
बड़ी आलीशान जिंदगी जिउंदियां पंजाब दी महाराणी जिस वेले सवेर दे वक्त उठिया करदी, तैयार होके जदों किले तो बाहर पैर पाउंदी, उस वेले सेवादार नफर ते नौकर तुहाडी गुलामी करन वाले थालियां दे विच मोहरां रख के, कपड़े रख के खलोते हुंदे ते मंगतियां दी कतार लगी हुंदी। तुसीं अपने हत्थीं मोहरां वंडदे और कदे गिणती ना करदे। किन्नियां नूं तुसीं कपड़े दान करदे। लोड़वंद अगले दिन की उड़ीक करते रहिंदे भी कदों महाराणी साहिबा किले तो बाहर आउणगे और सानू कुछ ना कुछ अपने हथीं वंडणगे, कुछ देणगे। सारी जिंदगी तुसां वंडिया ही है अपने हत्थां दे नाल और कदे गिणती भी नहीं कीती, और शायद तुहानू एहसास नहीं सी भी लैण वाले दे मन अंदर की कुछ गुजरदा है, उहदे अंदर कैसियां भावनावां हुंदियां ने। तुसां हथ उच्चा रखिआ, क्योंकि देण वाले दा हथ उच्चा हुंदा है, लैण वाले दा हथ नीवा हुंदा है हमेशा ही। अगर मंगण वाला हाथ उच्चा करेगा तो कुछ नहीं मिलेगा। इस करके असूल है, नियम है और तरीका भी यही है भी जो दे रहा ना वंड रहा उहदा हाथ हमेशा ही उच्चा हुंदा है, ते जिन्हें लैना है कुछ उहदा हाथ हमेशा ही थल्ले हुंदा है, नीवा हुंदा है। हाथ तुहाडा हमेशा उच्चा रहा है। शायद अज जिंदगी च पहला समय जदों तुहानू हाथ नीवा करना पिया। अज तुहाडे अंदर दे दाते नूं बड़ी गहरी चोट वजी है। अज तुहाडे अंदर दा दाता इस हाथ नीवे करन दे नाल मानो मर गया है। अज तुहाडे अंदर दा वो सखी सुभाअ जिहड़ा सी ना, उहदे उत्ते इहो जिही चोट पई है भी तुहानू तकलीफ बहुत पहुंची है। पर यह नियम है कुदरत दा। दौलतां दे आसरे उत्ते तुसी दानी सी, अज दौलत नहीं है ते अज तुहाडा हाथ नीवा हो गया है। यही नियम है कुदरत दा, यही असूल है कुदरत दा। सतगुरु गुरु ग्रंथ साहिब महाराज की मुबारक बाणी दे विच सतगुरु ने आख्या, कुदरत बड़ियां अनोखियां खेडां खेडदी है। जिन्हां थावां दे उत्ते कदे टिब्बे हुंदे ने उत्थे दरिया वग जांदे ने, ते जिथे दरिया वग रहे होण उत्थे रेत दे वड्डे वड्डे टिब्बे विखाई दिंदे ने। और लोग पुराने दसदे ने, किताबां चों पढ़ीदा भी इत्थे किसे वेले दरिया वगदा सी। अज उत्थे तपश पैंदी है, उच्चे उच्चे रेत दे टिब्बे ने, बंदा सोच ही नहीं सकदा। सतगुरु गुरु ग्रंथ साहिब महाराज आखदे ने, धीरों देख तुम्हारे रंगा। हे अकाल पुरख वाहिगुरू, मैं तेरी कुदरत दे ये न्यारे पक्ष जदों वेखदा तां मेरा मन पसीज जांदा है भी कैसा कैसा विहार इस कुदरत दे विच वापरदा है। कल दे कंगाल अज दे बादशाह ने, अज दे बादशाह कल दे कंगाल ने। ऐसा ऐसा कुछ संसार विच वापरदा है। मूर्खां दी ढाणी चों एक सियाणा निकल आउंदा है ते सियाणियां दे घरां विच सिरे दे मूर्ख जन्म लैंदे ने। ਜਿਹੜੇ ਭੱਠੀਆਂ ਦੇ ਵਿੱਚ ਅੱਗ ਬਾਲਦੇ ਹੋਣ ਉਹਨਾਂ ਨੂੰ ਤੂੰ ਹੁਸਨ ਦੇ ਦਿੰਦਾ ਹੈ, ਤੇ ਸੁੰਦਰ ਸੇਜਾਂ ਮਾਨਣ ਵਾਲੇ, ਚੰਗਾ ਖਾਣ ਵਾਲੇ ਤੋਂ ਕਰੂਪ ਪੈਦਾ ਕਰ ਦਿੱਤੇ ਨੇ। ਹਨੇਰਿਆਂ ਦੇ ਵਿੱਚ ਪੜ੍ਹ ਲੈਣ ਵਾਲੇ ਸਿਰੇ ਦੇ ਵਿਦਵਾਨ ਹੋ ਜਾਂਦੇ ਨੇ, ਔਰ ਲੈਂਪ ਦੀ ਰੌਸ਼ਨੀ ਦੇ ਵਿੱਚ ਬੈਠ ਕੇ ਗ੍ਰੰਥਾਂ ਦੀ ਪੋਲਾ ਪਾਲੀ ਕਰਨ ਵਾਲੇ ਸਿਰੇ ਦੇ ਮੂਰਖ ਬਣੇ ਰਹਿੰਦੇ ਨੇ। ਕੈਸਾ ਵਿਹਾਰ ਹੈ ਕੁਦਰਤ ਦਾ, ਅਜੀਬ ਕਿਸਮ ਦਾ ਤਾਲਮੇਲ ਹੈ ਕੁਦਰਤ ਦੇ ਇਸ ਨਿਯਮ ਦੇ ਵਿੱਚ। इसे करके गुरु ग्रंथ साहिब महाराज की मुबारक बाणी ने आख्या है, हे मनुख, उस करते दी कुदरत दा कोई पारावार नहीं। नानक अंत न जापनी हर ताके पारावार। आप कराए साकती फिर आप कराए मार। इक ना गली जंजीरियां एक तुरी चढ़े बिसियार। आप कराए करे आप हों कैस्यों करी पुकार। इसे नूं कह आपे भांडे साजे नापे पूरन दे। एक नी दुध समाइए एक चुल्हे रहन चढ़े। एक निहाली पै सवने कूपर रहन खड़े। तिना सवारे नानका जिनकाओ नदर करे। एक आराम नाल सुता है ते एक उहदे सराणे पहरा दे रहा है, ऊंघदा है, नींद आउंदी है, पर वो उत्थे खलोता भी सौ नहीं सकदा। अपनी अपनी जिंदगी दा विहार है। सतगुरु सच्चे पातशाह मुबारक बाणी दे अंदर जदों कुदरत दे इस कौतक की गल करते हैं तो यह बड़ा अनोखा पक्ष है। इहदी था नहीं कोई, इनू दिमाग की घुणतरबाजी नाल सिद्ध ही नहीं किया जा सकता। ये विहार ऐसा है। गुरु ग्रंथ साहिब महाराज पातशाह जी आखते ने, पर समझण वाली बात यह है, उस करते अकाल पुरख वाहिगुरू दा
सब तो वड्डा पन यह है भी ये सब दातां उस दे अपने इख्तियार विच ने, अपने हथ विच ने। इस दात नूं ना तां कोई जोर नाल लै सकदा है, ना धक्के नाल लै सकदा है, ना अपनी अकल दी वरतों करके लै सकदा है। इसे करके जिथे साडी सारी ताकत मुक जाए ते गल ओहदे उत्ते आ जाए भी वो बख्शिश करन वाला है, ताइयों गुरु महाराज ने उस चीज नूं जो साडी अकल नाल सानू नहीं मिली, जो साडी ताकत नाल साडे हिस्से नहीं आई, कुदरत ने आप मेहरबान हो के साडी झोली विच ओह दात पाई है, उस नूं गुरबाणी बख्शिश कहंदी है। बख्शिश घाल ना मिलियो, सेव ना मिलियो, मिलियो आए अचिंता। सतगुरु आखदे मेरी घालना नाल, मेरी सेवा नाल, मेरे यत्नां नाल जो नहीं मिलिया वो तेरी बख्शिश ही है ना। पर जो यत्नां नाल मिलिया वो भी तेरी बख्शिश है। पर मैनू लगदा है कि मैं बहुत मेहनती हाँ, मैनू लगदा है मैं बहुत यतनशील हाँ, मैं बड़ा ताकत रखदा, मैं पा लिया सारा कुछ। सतगुरु सच्चे पातशाह जी बचन करते ने अज दे इस पावन उपदेश विच, कहंदे जापै आप। गुरु दे शब्द दी, उपदेश दी कमाई दे नाल ओ प्रभु मैनू सारियां दे विच आप वसदा होया जापदा है। प्रभु तेहुं लोए तिन्ना लोकां च, हर पासे हर जर्रे जर्रे दे अंदर ओदी जोत समाई है। महाराज आखदे ने जुग जुग दाता अवर ना कोई, सदा वास्ते तू ही इको एक दाता है, होर कोई है ही नहीं। तेरे तो बिना दूजी कोई हस्ती नहीं जिहड़ी इस कुदरत नूं चलाउंदी होवे, जिहड़ी इन्हां नियमां नूं थापदी होवे, बनाउंदी होवे, और जिहड़ी इस कुदरत नूं नथ के रखदी होवे। आप नाथ नाथी सब जाकी रिद सिद्ध अवरा साध। मालक भी तू है ते सब तेरी नथी होई, कंट्रोल विच कीती होई खलकत कुदरत कायनात तेरी रजा दा पानी भरदी है। ज्यों भावै त्यों रखै राख, जिवें तेरी रजा तेरा हुक्म है तिवें ही तू रखदा है, संसार नूं तू चलाउंदा है। मनुख नूं तेरी रजा दी पूर्ण सोझी नहीं, इस करके इहदियां मन मर्जियां बहुत ने, इस करके इहनूं तेरे ते इतराज भी बड़े ने भी रब इवें करदा उवें करदा। पर मनुख सवाए इतराज तो कुछ कर सकदा। मैं एक जगह ते बोल पढ़ रहा सां, संसार विच तूफान आउंदे ने, संसार विच ये कुछ वापरदा है, संसार दियां सब कई गल्लां उल्टियां सिद्धियां प्रतीत हुंदियां ने, बड़े नफे बड़े नुकसान सब कुछ जुड़िया होया संसार दे नाल। तो उस सज्जण ने लिखिया भी जे रब है तो इवें क्यों करदा है, रब जालम है, रब वैर करदा है, रब बड़ा कुछ करदा है, क्यों? दूसरा सज्जन उसका उत्तर दिंदियां लिखदा है, कहंदा तेरा सारा जोर इस गल उत्ते लग्या है कि रब दी होंद नहीं है। इस गल उत्ते लग्या है ना कि रब दी होंद नहीं है, ते तू ये गल कहंदियां दूजे नूं आखदा है कि तू सिद्ध कर भी रब है। आस्तिक बंदे नूं नास्तिक कहंदा है भी तू सिद्ध कर रब है। हुण गौर करना, सिद्ध नहीं हो सकेगा, ये दौड़ ही झूठी है, सिद्ध हो नहीं सकेगा। आस्तिक ने आख्या चल ठीक है मैं ऊणा हाँ, मैं उन्होंने सिद्ध नहीं कर सकता उहदी होंद नूं, पर तू दस, तू ते होंद ते सवाल खड़े करदा है, उहदी अणहोंद नूं ही सिद्ध कर दे। मैं होंद सिद्ध नहीं कर सकता, केवल भरोसा रखदा। पर हाँ तू एक गल है, तू भी जिहड़े क्वेश्चन करदा है, आर्गूमेंट करदा है, सवाल करदा है, वह भी होंद उत्ते करदा है भी ओहदी होंद नहीं है, ओहदी होंद नहीं है। जे मैं तैनूं आखां भी वो है ही नहीं, तू सिद्ध कर, ते तेरे कोल सवाए ना तो कोई दूजा शब्द नहीं, तू आखेंगा मैं तो मनदा ही नहीं। तू तो यही आखेंगा ना भी मैं नहीं मनदा, इस करके मैं सवाल खड़े करदा। तू मनदा नहीं इस करके सवाल खड़े करदा है। पर एक गल सोच के वेख, मैं मनदा हाँ इस करके मेरा उत्तर हाँ विच है, तू नहीं मनदा तेरा उत्तर ना विच है। सिद्ध तेरे कोलों भी नहीं होना भी वो नहीं है, ते सिद्ध मेरे कोलों भी नहीं होना भी वो है। इसे नूं गुरु ग्रंथ साहब महाराज कहंदे ने ना, कहो कबीर गूंगे गुड़ खाया पूछे ते क्या कही है। जो कबीर जी दा हिरदा मन अंतर आत्मा महसूस करदा है, कुदरत दे इस बहुरंगी पसारे चों जिहड़ी विस्माद भावना गुरु नानक महाराज दे अंदर जन्म लैंदी है, हो सकदा है उहनूं ओह महसूस करन वाला जाणदा है, जिन बूझिया तिन आया स्वाद, दूजा उहदे बारे की सिद्ध करे, किवें करे।
सवाल यह है कि सिद्ध करन नाल जां ना करन नाल की फर्क पैंदा है। अगर सिद्ध हो भी जाएगा तो जिहदे अंदर ही कोई महसूस करने की भावना नहीं, वो नहीं मनेगा। अगर नाम ही होवेगा तो की फर्क पवेगा। पर गुरु नानक महाराज आखदे ने सवाल है उन्होंने महसूस करन दा। जिसने उन्होंने महसूस किया है उस समर्पित भावना नाल वो कुदरती गुणा नाल जुड़ के अपना जीवन उचेरा कर लैंदा है। उहदी होंद दा एहसास सानू नेक बनाउंदा है, सानू धर्मी बनाउंदा है, सानू उचिया रखदा है। सतगुरु महाराज बख्शिश करदे आखदे जस जाचों देवै पत शाख। हे वाहिगुरु मैं तेरे जस की तमन्ना करदा, तेरी वडियाई चाहुंदा भी तेरा वड्डापन मेरे जीवन में आ जाए। जो तेरी वडियाई है वो वडियाई का किणका मात्र भी मैनू मिल जाए ताकि मैं भी छोटे तो वड्डा हो जावां। मेरी सुरत विच भी तेरी वडियाई वस जाए, तेरे गुण वस जाण। ते जे तू ये वडियाई की दात दिंदा है इहदे विच ही मेरी आत्मक इज्जत बनदी है, इहदे विच ही मेरी शाख बनदी है, मेरा भला हुंदा है। जागत जाग रहा तुध भावां। जदों मैं तैनू भा जावां फिर हमेशा आत्मक तौर पर मैं चेतन रवां। भावे भी जेड़े जीव तेरे गुणा नाल सांझ बना के तैनू चंगे लगदे ने वो आत्मक तौर पर सुचेत ते जागदे ने। एक है जाग शरीर दी, एक है जागना मन दा, आत्मा दा। गुरु ग्रंथ साहब महाराज ने शब्द वरते नैनो नींद पर दृष्ट विकार, श्रवण सोए सुन निंद विचार, रसना सोई लोभ मीठै साध, मन सोया माया बिस्माद। इस गृह में कोई जागत रहे साबत वस्त ओ अपनी लहै। महाराज कहते ने बाहरी तौर उत्ते भावें असीं जाग रहे हैं, शरीरक तौर उत्ते भी अखां भी खुलियां ने, कन्नां च आवाज पै रही है, जुबान नाल बोल रहे हैं, पैरां नाल चल रहे हैं, सारा शरीर हरकत विच है। असीं कहने बंदा ते जाग रहा, पर गुरु साहब कहते अंदरूनी तौर उपर सुता होया। जिथे सच ते झूठ की परख कोई नहीं, जिथे धर्म ते अधर्म की परख कोई नहीं, और बंदा अधर्म वाले पासे बेमुहारा ही तुरिया जाए, गुनाह वाले पासे बेमुहारा ही तुरिया जाए। हजूर कहते ने समझ लो इसकी हालत वैसी है जिवें कईयां नूं नींद विच चलण की आदत होवे, अखां तो उन्हां दीयां भी खुलियां हुंदियां ने, वो अपनी पैरां नाल तुर के जांदे ने ना, पर नींद विच चल दिमागी तौर पर सुते होए ने। अंदरूनी सिस्टम नर्वस होया, काम नहीं करता, शरीर हरकत कर रहा है। जदों उन्होंने कोई हलूणा दे के जगाउंदा है तो वह पहला सवाल यह करते हैं मैं इत्थे किवें आया, मैं तो अपने कमरे च सुता सी, इत्थे किवें आया। फिर उन्होंने दसिया जाता है कि तैनू नींद विच चलण की आदत है, तैनू पता नहीं लग्या तू किहड़े वेले उठे हैं, किहड़े वेले तुरे हैं, इत्थों तक पहुंच गए। वो अगों कहंदा नहीं मैनू तो पता ही नहीं लगा, मैं तो सुता होया सी। इहदा भाव है भी अखां खुलियां होण तां भी कई बार नींद टुटदी नहीं, कन्नां च आवाज पैंदी होवे नींद टुटदी नहीं, शरीर हरकत करदा होवे तां भी एक नींद बनी रहिंदी। चलो उहनूं ते बीमारी कह दिता, रोग कह दिता भी इन नींद विच चलण दी आदत है, रोग है, बीमारी कमजोरी बन गई है। पर गुरु ग्रंथ साहब महाराज जो बचन कहंदे ने वो है मानसिक नींद बारे। जिहड़ा शब्द कहे ना जाग लिहो रे मना, जाग लिहो कहा गाफल सोया, जो तन उपजिया संग ही सो भी संग ना होया। ये मन की मानसिक नींद बारे महाराज कहते हैं। कहते हे मन तू बड़ी मोह की डूंगी नींद विच गवाचे है, सुता होया है, तू जाग नहीं रहा, तैनू कख भी पता नहीं लग रहा भी की वापर रहा, की हो रहा, की नहीं हो रहा, तू इन्ना बेखबर है, बेसमझ है। इस करके जिन्ना चिर वो अंदर दी मोह की नींद नहीं टुट जाती, चस्कियां की नींद विचों बाहर नहीं आ जाता, उन्ना चिर सच दे दीदार भी नहीं कर सकता। सतगुरु महाराज कहते ने पर यह जागृत अवस्था, ये जागना, ये सुचेत होना, हे अकाल पुरख वाहिगुरु तेरे गुणा तो बिना संभव ही नहीं। जां तू मिलै तां तुझे समावा, तू रहमत करें, बख्शिश करें, अंदर भावनावां उपज पैण तां ही मैं तेरे विच समा सकदा, अपने यतन नहीं। लोग नाज करते हैं अपने अपने तरीकों के उत्ते। और संसार विच ना मैं बेनती करा सारा झगड़ा ही तौर तरीकों का है, और कोई झगड़ा। लोग कहते हैं धर्म का झगड़ा है, रब का झगड़ा है, कख भी नहीं। ना धर्म का झगड़ा है ना रब का झगड़ा है, अपनिया अपनिया तकनीकां का रौला है। सारे पासे जिस भी पासे झात मार लो,
तकनीक दा रौला, अपनी अपनी जुगत दा रौला। कोई कहंदा चढ़दे नूं सिर निवाया जाए, ये असल दिशा है रब दी। कोई कहंदा नहीं लहिंदे नूं, रौला ते इत्थे है। रब दा कोई रौला नहीं, रौला सिर निवाउण दा है। किहड़े पासे? जिधर मैं ठीक समझदा, मैं आखदा जिहड़े बाकी ने ना, जिहड़े उस पासे ठीक नहीं समझदे, वो ते सारे ही गलत ने। ये प्रॉब्लम सदियां तो धर्म की दुनिया अंदर चलती आ रही, धर्म के नां ते चलती आ रही है। और सतगुरु गुरु ग्रंथ साहब महाराज की मुबारक बाणी वेखो, गुरु नानक महाराज का जीवन पढ़ी दे, बड़े खुल दिले सतगुरु गुरु नानक महाराज। अज तो असी बहुत तंग दिल ते संकीर्ण जहे हो गए हैं। सानू दूसरा चंगा ना लगे तो असी तलवारां खिंच लेने भी तेरी जुरत किवें पई बई, साडी मर्जी नाल तू सोचदा नहीं, करदा नहीं, यही मुश्किल है। गुरु नानक महाराज किन्ने खुले दिल दे मालिक ने। धन गुरु गोबिंद सिंह साहब महाराज किड्डा विशाल जिगरा रखते हैं। ताई तां मुसलमान परिवारां विच पैदा होए, उन्हां दे अत दे प्यारे श्रद्धालु उन्हां लई जानां तक वारन वास्ते तैयार ने। कोई ते गल है ना पिछे। पीर बुद्धू शाह दा जीवन पढ़ लो, भाई गनी खां ते नबी खां दा जीवन नामा पढ़ लईए, भाई निहंग खां, राय कल्ला, कितनियां दा ही जिक्र किया जा सकता है इतिहास के अंदर, जिन्हां ने गुरु गोबिंद सिंह साहब महाराज की इस विखड़े हालात विच सेवा कमाई, जिन्हां ने अपना पलंग चुकिया। गुरु गोबिंद सिंह साहब महाराज नूं उच दे पीर दे रूप विच बिठा के, वो सारे ही फकीर सन ते काजी सन। उन्हां दी गिणती 5 इतिहास के अंदर। हुण की कारण है? एक दूसरे मजहब नाल संबंध रखण वाले लोग इहो जही विखड़ी स्थिति दे विच, माड़ी सिचुएशन दे विच सतगुरु गुरु नानक धन गुरु गोबिंद सिंह साहब महाराज उन्हां दी सेवा विच आके हाजिर हो गए। क्योंकि खुल दिली इन्नी है। गुरु नानक महाराज की विचारधारा को तंगियां ते त्रुटियां दे विच जीण वाली गल नहीं। ये मनुख दे मन नूं आजादी और उच्चे ख्यालां दी उडारी बख्शिश करदी है। जिन्हां नूं ये गल महसूस हो गई, उन्होंने अपना आप भी कुर्बान करन तो गुरेज नहीं किया कि यह चीज जिउंदी रहनी चाहिए। मनुख मात्र दे कोल इहो ही इको एक तरीका है सही मायनिਆਂ विच एक जगह ते इकट्ठे होने का। पर हुण उस गल वल वेखो ते साडे जीवन वल वेखो, असीं हर गल ते संकीर्ण, हर गल ते स्ट्रिक्ट हाँ। सतगुरु गुरु ग्रंथ साहब महाराज की मुबारक बाणी जिहड़ी मत दे रही है, वो है भी मैनू अपने तरीकों ते कोई नाज नहीं। हाँ, मैं पालन करा, गल वखरी है, पर हे अकाल पुरख वाहिगुरू, टिकिया तो तेरी बख्शिश उत्ते होया है ना सारा कुछ। जां तू मिलै तां तुझे समावां, तेरे विच तां अभेद होवां जे तेरी रहनुमाई मिले, तेरे गुणां दी दात प्राप्त होवे। और हजूर कहंदे जय जयकार जपों जगदीश। जगदीश दा अर्थ है जगत दे मालक, फेर ही मैं तैनू जय जय भाव वड्डा वड्डा आख सकदा। ये समर्था, ये भावना भी मेरे मन विच तेरी बख्शिश नाल ही पैदा हुंदी है। गुरमत मिलिए 20-21, गुरु दी मत दे राही तैनू मिलिया जांदा है। ये जुगत, ये भावना, ये अंदर दी अवस्था गुरु दी बाणी तैयार करदी है, जिस करके बंदा तेरे राह ते तुरदा है। गुरमत इस मन की तैयारी करती है। गुर कै शब्द बनावो ये मन, गुरु की मत दे राही तैनू मिलिया जांदा। 20 विसवे 16 आने खरी गल है भी तेरे नाल मिलीदा और तेरे नाल एक सुर हो जाईदा। 26 नंबर बंद विच कहंदे हन, झख बोलन क्या जग स्यों वाद। झख दा अर्थ हुंदा है फजूल गल्लां करनियां, दावे बन लेने, बड़े वड्डे वड्डे दावे करदे ने। झख बोलन क्या जग स्यों वाद, जगत नाल कादा विवाद, कादा झगड़ा, कादियां झखां, कादे दावे। लोड़ ही की है, जरूरत की है इस गल की। जिवें पहला बेनती कीती सी ना भी हर बंदा ना अपने तौर तरीकों नाल कई गल्लां जो नहीं जानदा वो भी सिद्ध करन दी कोशिश विच लगा रहिंदा है हर वेले। चलो जिन्नी क बंदा जानदा ते हंडाई होवे वो गल करे ते गल वखरी है। कई गल्लां नूं बेमायना ही सिद्ध करन दी कोशिश विच लग्या रहिंदा और संसार विच झगड़े ने, लड़ाइयां ने, कलेश ने, ये गल इस ढंग नाल तुरिया जांदा। गुरु महाराज कहंदे ने ऐसी झक मारनी, भाव फजूल दी गल करनी जिहदा असर ते अर्थ कोई नहीं, जिहदा मायना ही कोई नहीं निकलदा। ऐसा बोलना जो झक्खां मारन दे बराबर है, व्यर्थ है।
ਔਰ ਜਗਤ ਨਾਲ ਉਹਨਾਂ ਝੱਖਾਂ ਦੇ ਆਧਾਰ ਉਤੇ, ਉਹਨਾਂ ਝੱਖਾਂ ਨੂੰ ਲੈ ਕੇ, ਫਜ਼ੂਲ ਗੱਲਾਂ ਨੂੰ ਲੈ ਕੇ ਵਾਦ ਕਰਨਾ, ਝਗੜਾ ਕਰਨਾ, ਕਲੇਸ਼ ਖੜੇ ਕਰ ਲੈਣੇ। ਮਹਾਰਾਜ ਕਹਿੰਦੇ ਲਾਭ ਕੀ ਇਹਨਾਂ ਚ, ਕਿਆ ਜਗ ਸਿਉ ਬਾਦ। ਔਰ ਮਹਾਰਾਜ ਅੱਗੇ ਸ਼ਬਦ ਵਰਤਦੇ ਨੇ, ਝੂਰ ਮਰੈ ਦੇਖੈ ਪ੍ਰਮਾਦ। ਬੰਦਾ ਇਹਨਾਂ ਚੀਜ਼ਾਂ ਵਿੱਚ ਝੂਰਾ ਕਰਦਾ, ਖੱਪਦਾ ਮਰ ਜਾਂਦਾ ਹੈ, ਆਤਮਕ ਤੌਰ ਉੱਤੇ ਜ਼ਿੰਦਗੀ ਤਬਾਹ ਕਰ ਲੈਂਦਾ ਹੈ। ਕਿਉਂ ਭਲਾ? ਗੁਰੂ ਕਹਿੰਦੇ ਇਹਦਾ ਇੱਕੋ ਹੀ ਕਾਰਨ ਹੈ ਕਿ ਬੰਦਾ ਆਪਣੇ ਹੰਕਾਰ ਤੋਂ ਸਿਵਾਏ ਦੇਖੈ ਪ੍ਰਮਾਦ, ਕੁਝ ਦੂਜੀ ਚੀਜ਼ ਵੇਖਦਾ ਹੀ ਨਹੀਂ, ਆਪਣੀ ਹਉਮੈ ਵੇਖਦਾ। ਸ਼ਬਦ ਵਰਤਿਆ ਭਗਤ ਜੀ ਨੇ ਬਾਣੀ ਚ, ਕੋਈ ਬੋਲੇ ਨਿਰਵਾ, ਨਿਰਵਾ ਦਾ ਅਰਥ ਹੈ ਨੇੜੇ। ਇੱਕ ਕਹਿ ਰਿਹਾ ਸੀ ਰੱਬ ਤੇ ਬੜਾ ਨੇੜੇ ਹੈ, ਕੋਈ ਬੋਲੇ ਦੂਰ। ਦੂਜਾ ਕਹਿੰਦਾ ਜੇ ਨੇੜੇ ਹੈ ਤੇ ਦਿਸਦਾ ਨਾ, ਪਾਪ ਕਰਨ ਲੱਗਿਆ ਹੱਥ ਨਾ ਫੜ ਲੈਂਦਾ, ਮੰਦਾ ਬੋਲਣ ਲੱਗਿਆ ਮੂੰਹ ਤੇ ਹੱਥ ਨਾ ਰੱਖ ਦਿੰਦਾ। ਹੈ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਹੜਾ ਨੇੜੇ ਸੀ ਉਹ ਕਹਿੰਦਾ ਸਾਹ ਚੱਲਦੇ ਨੇ, ਇਹ ਇਸ ਗੱਲ ਦੀ ਤਸਦੀਕ ਹੈ ਵੀ ਉਹ ਵਾਹਿਗੁਰੂ ਦੀ ਹੋਂਦ, ਕੁਦਰਤ ਦੀ ਸਚਾਈ ਕਿਧਰੇ ਸਾਡੇ ਅੰਦਰ ਰਮੀ। ਆਪਣੀ ਆਪਣੀ ਦਲੀਲ ਸੀ ਨਾ ਦੋਵਾਂ ਦੀ। ਨੇੜੇ ਵਾਲੇ ਦੀ ਆਪਣੀ ਦਲੀਲ ਹੈ, ਦੂਰ ਵਾਲੇ ਦਾ ਆਪਣਾ ਆਰਗੂਮੈਂਟ ਹੈ। ਕਹਿੰਦੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਦੋਵੇਂ ਹੀ ਨਾ ਵਿਚਾਰ ਕਰਦਿਆਂ ਵਿਵਾਦ ਤੱਕ ਪਹੁੰਚ ਗਏ। ਸੋਚਣਾ, ਉਹ ਵਿਚਾਰ ਨੂੰ ਵਿਚਾਰ ਨਹੀਂ ਕਹਿੰਦੇ ਜਿਹੜੀ ਵਿਵਾਦ ਨੂੰ ਜਨਮ ਦੇਵੇ। ਵਿਵਾਦ ਹੁੰਦਾ ਖਪਣਾ ਤੇ ਵਿਚਾਰ ਹੁੰਦਾ ਹੱਲ ਕੱਢਣਾ, ਸਿਰੇ ਤੇ ਪਹੁੰਚਣਾ। ਗੁਰਮਤ ਵਿੱਚ ਵਿਚਾਰ ਪ੍ਰਧਾਨ ਹੈ, ਵਿਵਾਦ ਪ੍ਰਧਾਨ ਨਹੀਂ। ਪਰ ਅੱਜ 95% ਸਿੱਖ ਜਿਹੜਾ ਹੈ ਨਾ, ਉਹ ਵਿਵਾਦ ਪ੍ਰਧਾਨ ਹੋ ਗਿਆ, ਵਿਚਾਰ ਪ੍ਰਧਾਨ ਨਹੀਂ ਰਿਹਾ। ਵਿਚਾਰ ਦਾ ਅਰਥ ਪਤਾ ਕੀ ਹੁੰਦਾ ਹੈ? ਵੀ ਗੱਲ ਕਹਿਣ ਲੱਗਿਆਂ ਵੀ ਜੁਰਤ ਰੱਖਣੀ ਤੇ ਗੱਲ ਸੁਣਨ ਲੱਗਿਆਂ ਵੀ ਦਿਲ ਵੱਡਾ ਰੱਖਣਾ। ਪਰ ਸਾਡੀ ਆਦਤ ਹੈ ਆਪਣੀ, ਅਸੀਂ ਕਹਿ ਲੈਣੀ ਹੈ ਤੇ ਦੂਜੇ ਦੀ ਗੱਲ ਆਈ ਤੇ ਕਿਰਪਾਨ ਖਿੱਚ ਲੈਣੀ ਹੈ। ਹੁਣ ਇਹਨੂੰ ਵਿਚਾਰ ਤਾਂ ਨਹੀਂ ਆਖੇਗਾ। ਐਸੀ ਗੱਲ ਤਾਂ ਕੋਈ ਮੂਰਖ ਹੀ ਕਰ ਸਕਦਾ ਹੈ। ਔਰ ਇਹ ਸੋਚ ਲੈਣਾ ਵੀ ਅਸੀਂ ਹੁਣ ਕੀ ਹਾਂ, ਕਿਉਂਕਿ ਅਸੀਂ ਵਿਚਾਰ ਦਾ ਅਰਥ ਵਿਚਾਰ ਨਾਲ ਦੇਣ ਦੀ ਬਜਾਏ ਆਪਣਾ ਵਿਚਾਰ ਦੇ ਕੇ ਅਗਲੇ ਦਾ ਵਿਚਾਰ ਸੁਣਨ ਤੋਂ ਪਹਿਲਾਂ ਫਿਰ ਅਸੀਂ ਤਲਵਾਰ ਦੀ ਧਾਰ ਦੇ ਉੱਤੇ ਅਗਲਾ ਟਿਕਾ ਲੈਨੇ ਆ ਵੀ ਹੁਣ ਤੂੰ ਕਹਿ ਕੇ ਵੇਖ, ਤੇਰੀ ਤਾਕਤ ਕੀ ਹੈ ਵੀ ਸਾਡੇ ਤੋਂ ਉਲਟ ਗੱਲ ਤੂੰ ਕਰ ਜਾਏ। ਪਰ ਐਸੇ ਗੁਰਸਿੱਖ ਸੋਚਦੇ ਨਹੀਂ, ਐਸੇ ਸਾਡੇ ਸੱਜਣ ਸੋਚਦੇ ਨਹੀਂ ਵੀ ਗੁਰੂ ਨਾਨਕ ਮਹਾਰਾਜ ਨੇ ਆਪਣਾ ਵਿਚਾਰ ਹੀ ਤਾਂ ਸੰਸਾਰ ਨੂੰ ਦਿੱਤਾ ਹੈ। ਜੋਗੀਆਂ ਨਾਲ ਕੀਤਾ, ਸਿੱਧਾਂ ਨਾਲ ਵਿਚਾਰ ਕੀਤਾ, ਕਾਜ਼ੀਆਂ ਨਾਲ, ਮੁਲਾਣਿਆਂ ਨਾਲ, ਪੰਡਤਾਂ, ਸੰਨਿਆਸੀਆਂ, ਸਭਨਾਂ ਦੇ ਨਾਲ ਵਿਚਾਰ ਹੀ ਤੇ ਸਾਂਝਾ ਹੋਇਆ। ਔਰ ਇਹ ਗੱਲ ਮੈਨੂੰ ਬੜੀ ਦੁਖਦਾਈ ਲੱਗਦੀ ਹੈ। ਹਾਂ, ਕਿਸੇ ਦੀ ਰਿਸਪੈਕਟ ਕਰਨੀ ਬੜੀ ਜ਼ਰੂਰੀ ਹੈ ਵਿਚਾਰ ਕਰਦਿਆਂ ਵੀ, ਕਿਉਂਕਿ ਵਿਚਾਰ ਦਾ ਹੈ ਹੀ ਅਰਥ ਹੈ ਵੀ ਦੂਸਰੇ ਦਾ ਵੀ ਸਤਿਕਾਰ ਬਹਾਲ ਰਵੇ, ਤੁਹਾਡਾ ਆਪਣਾ ਵੀ ਰਵੇ। ਤੇ ਫਿਰ ਕੋਈ ਨਤੀਜਾ ਨਿਕਲ ਆਏ ਤੇ ਠੀਕ ਹੈ, ਨਹੀਂ ਤਾਂ ਵਿੱਚ ਹੀ ਛੱਡ ਦਿਓ। ਕੋਈ ਲੋੜ ਹੀ ਨਹੀਂ ਐਸੀ ਵਿਚਾਰ ਦੀ ਜਿਹੜੀ ਨਾ ਤੁਹਾਡਾ ਸਤਿਕਾਰ ਰਹਿਣ ਦੇਵੇ ਨਾ ਦੂਜੇ ਦਾ ਸਤਿਕਾਰ ਰਹਿਣ ਦੇਵੇ। ਇਹੋ ਜਿਹੀ ਵਿਚਾਰ ਕੀ ਖਾਕ ਹੈ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਜੇ ਸਤਿਕਾਰ ਬਹਾਲ ਹੈ ਸਭ ਪਾਸੇ ਤੇ ਵਿਚਾਰ ਕੋਈ ਨਤੀਜਾ ਕੱਢਦੀ ਹੈ, ਤੇ ਜਦੋਂ ਸਤਿਕਾਰ ਮਿੱਟੀ 'ਚ ਮਿਲਣ ਲੱਗ ਪਵੇ ਉਦੋਂ ਵਿਚਾਰ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਉਂਕਿ ਸਭ ਤੋਂ ਮਹੱਤਵਪੂਰਨ ਹੈ ਇਨਸਾਨ ਦਾ ਸਤਿਕਾਰ। ਉਹ ਵਿਚਾਰ ਕਾਹਦਾ ਵਿਚਾਰ ਹੈ? ਜਿਹਦਾ ਲੋਕਾਂ ਦੀ ਇੱਜ਼ਤ ਨੂੰ, ਪੱਤ ਨੂੰ ਮਿੱਟੀ 'ਚ ਰੋਲ ਕੇ ਨਤੀਜਾ ਕੱਢੇ। ਉਹਦਾ ਫਾਇਦਾ ਵੀ ਕੀ? ਉਸ ਵਿਚਾਰ ਦਾ ਕਿਸੇ ਨੇ ਕੀ ਅਚਾਰ ਪਾਉਣਾ ਹੈ? ਉਹਦਾ ਕੀ ਲਾਭ ਲੈਣਾ ਕਿਸੇ ਨੇ? ਜੇ ਇਨਸਾਨ ਹੀ ਨਾ ਰਿਹਾ, ਹੈਵਾਨ ਹੀ ਹੋ ਗਿਆ, ਤਾਂ ਵਿਚਾਰ ਦਾ ਨਤੀਜਾ ਵੀ ਜੇ ਨਿਕਲ ਆਏ ਤੇ ਕੀ ਲਾਭ ਹੋਇਆ? ਕੋਈ ਲਾਭ ਨਹੀਂ। ਇਸ ਕਰਕੇ ਨਾ ਸਤਿਗੁਰੂ ਜੀ ਬਾਣੀ ਦੇ ਅੰਦਰ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ ਦਾ ਰਾਹ ਦੱਸਦੇ ਨੇ। ਇਹ ਅੱਜ ਤੱਕ ਜੇ ਤਾਂ ਕੁਝ ਨਿਕਲਿਆ ਇਹਦੇ ਚੋਂ ਤਾਂ ਦੱਸੋ। ਨਿਕਲਦਾ ਫਿਰ ਵੀ ਵਿਚਾਰ ਵਿੱਚੋਂ। ਦੋ ਦੇਸ਼ਾਂ ਦੀ ਜੰਗ ਲੱਗਦੀ ਏ, ਲੱਖਾਂ ਲੋਕ ਮਾਰੇ ਜਾਂਦੇ ਨੇ, ਹਜ਼ਾਰਾਂ ਸਿਪਾਹੀ ਨਕਾਰਾ ਹੁੰਦੇ ਨੇ, ਔਰ ਅਰਬਾਂ ਦੀ ਦੌਲਤ ਤਬਾਹ ਹੁੰਦੀ ਏ। ਤੇ ਅਖੀਰ ਫਿਰ ਵੀ ਪਤਾ, ਜਦੋਂ ਜੰਗਬੰਦੀ ਹੁੰਦੀ ਏ ਤੇ ਟੇਬਲ ਟਾਕ ਬੈਠ ਕੇ ਵੀ ਹੁਣ ਬੰਦ ਕਰ ਲਈਏ ਸਾਰਾ ਕੰਮ। ਇਹਦਾ ਮਤਲਬ ਇਹ ਹੈ ਵੀ ਵਿਵਾਦ ਜਿਹੜਾ ਨਾ, ਜੇ ਉਹਦਾ ਹੱਲ ਕੱਢ ਸਕਦਾ ਹੈ ਤੇ ਭਾਈਚਾਰਕ ਸਾਂਝ ਨਾਲ ਹੀ ਨਿਕਲ ਸਕਦਾ, ਨਹੀਂ ਤਾਂ ਤੋਪਾਂ ਨਾਲ ਅੱਜ ਤੱਕ ਹੱਲ ਨਿਕਲੇ ਨੇ ਕਿਸੇ ਗੱਲ ਦੇ। ਹਾਂ, ਤੋਪ ਜਿੱਤ ਤੇ ਹਾਰ ਵਿਚਾਰ ਦਾ ਇੱਕ ਪੜਾਅ ਹੋ ਸਕਦੀ ਹੈ। ਵਿਦਵਾਨਾਂ ਦਾ ਖਿਆਲ ਹੈ ਕਿ ਕਈ ਵਾਰ ਨਾ ਕਈ ਸੱਜਣ ਬਹਿਣ ਨੂੰ ਤਿਆਰ ਨਹੀਂ ਹੁੰਦੇ ਤੇ ਫਿਰ ਤੋਪਾਂ ਤੇ ਟੈਂਕਾਂ ਤੋਂ ਬਿਨਾਂ ਉਹ ਬਹਿਣ ਨੂੰ ਤਿਆਰ, ਰਾਜ਼ੀ ਨਹੀਂ ਹੁੰਦੇ, ਫਿਰ ਉਹਨਾਂ ਨੂੰ ਰਾਜ਼ੀ ਕਰਦੀ ਹੈ ਤਕੜੀ ਧਿਰ। ਪਰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ, ਤਾਕਤ ਦੀ ਆਪਣੀ ਪਾਇਆ ਹੈ, ਵਿਚਾਰ ਦੀ ਆਪਣੀ ਪਾਇਆ ਹੈ। ਵਿਚਾਰ ਤੋਂ ਬਿਨਾਂ ਜਿਹੜੀ ਤਾਕਤ ਹੈ ਨਾ, ਉਹ ਅੰਨੀ ਤਾਕਤ ਤਬਾਹੀ ਹੈ।
ਸਵਾਏ ਤਬਾਹੀ ਤੋਂ, ਸਵਾਏ ਖੂਨ ਖਰਾਬੇ ਤੋਂ ਕੱਖ ਨਹੀਂ, ਔਰ ਉਹਦਾ ਕੋਈ ਨਤੀਜਾ ਨਹੀਂ। ਸੋ ਜਿੱਥੇ ਵਿਚਾਰ ਹੈ ਉੱਥੇ ਤਾਕਤ ਬਹੁਤ ਫਾਇਦਾ ਦੇ ਜਾਂਦੀ ਹੈ, ਤੇ ਜਿੱਥੇ ਕੱਲੀ ਤਾਕਤ ਹੈ ਵਿਚਾਰ ਪੱਲੇ ਨਹੀਂ, ਉਸ ਤਾਕਤ ਦਾ ਕੋਈ ਲਾਭ ਨਹੀਂ। ਉਹ ਟੱਕਰਾਂ ਮਾਰ ਮਾਰ ਕੇ ਆਪੇ ਹੀ ਖਤਮ ਹੋ ਜਾਂਦੀ, ਆਪਣਾ ਆਪ ਵੇਸਟ ਕਰ ਲੈਂਦੀ ਏ। ਗੁਰੂ ਸਾਹਿਬ ਬਾਣੀ ਦੇ ਵਿੱਚ ਤਾਂ ਹੀ ਉਹ ਸਾਨੂੰ ਸਮਝਾਉਂਦੇ ਹਨ ਵੀ ਵਿਚਾਰ ਨੂੰ ਉੱਚਾ ਰੱਖੋ, ਆਪਣੇ ਅੰਦਰ ਵਿਚਾਰ ਨੂੰ ਸਿਰੇ ਦੀ ਥਾਂ ਦਿਓ। ਸ੍ਰੇਸ਼ਟ ਜਗ੍ਹਾ ਵਿਚਾਰ ਦੀ ਹੈ। ਪਰ ਭਗਤ ਜੀ ਕਹਿੰਦੇ ਉਹ ਦੋਵੇਂ ਵਿਚਾਰ ਦੇ ਪੱਧਰ ਤੋਂ ਥਿੜਕੇ ਤੇ ਵਿਵਾਦ ਦੇ ਪੱਧਰ ਤੇ ਪਹੁੰਚ ਗਏ। ਹੁਣ ਦੋਵੇਂ ਸਿੱਧ ਕਰਨ ਲੱਗੇ ਹੋਏ ਨੇ, ਇੱਕ ਨੇੜੇ ਸਿੱਧ ਕਰਨ ਲੱਗਿਆ, ਇੱਕ ਦੂਰ ਸਿੱਧ ਕਰਨ ਲੱਗਿਆ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਭਗਤ ਜੀ ਮੁਸਕਰਾ ਕੇ ਉਹਨਾਂ ਦੋਵਾਂ ਬੰਦਿਆਂ ਬਾਬਤ ਇੱਕ ਸ਼ਬਦ ਵਰਤਦੇ ਨੇ, ਵਿਅੰਗ ਕੱਸਦੇ। ਕਹਿੰਦੇ ਵੇਖੋ ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਣੀ 'ਚ ਰਹਿਣ ਵਾਲੀ ਮੱਛੀ ਖਜੂਰ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕਬਾਦ ਲਾਇਓ। ਕਾਦੇ ਲਈ ਝਗੜਾ ਕਰਦੇ ਹੋ? ਜਿਨ ਹਰ ਪਾਇਓ ਤਿਨੈ ਛਪਾਇਓ। ਤੂੰ ਵੀ ਹੋਛੈ ਨੇੜੇ ਕਹਿਣ ਵਾਲਿਆ ਤੇ ਤੂੰ ਵੀ ਹੋਛੈ ਦੂਰ ਕਹਿਣ ਵਾਲਿਆ। ਦੋਵੇਂ ਹੁਣ ਐਨ ਪੂਰੀ ਤਰ੍ਹਾਂ ਭਖੇ ਹੋਏ ਹੋ। ਬਸ ਇੰਨਾ ਕੀ ਰੱਬ ਹੈ ਤੁਹਾਡੇ ਅੰਦਰ? ਇੱਥੇ ਆ ਕੇ ਗੱਲ ਖਤਮ ਹੋ ਗਈ, ਉਹਦਾ ਕੋਈ ਲਾਭ ਹੀ ਨਾ ਰਿਹਾ। ਹੁਣ ਸਤਿਗੁਰੂ ਮਹਾਰਾਜ ਆਖਦੇ ਨੇ ਜਿਨ ਹਰ ਪਾਇਓ ਤਿਨੈ ਛਪਾਇਓ। ਪੰਡਿਤ ਹੋਏ ਕੈ ਵੇਦ ਬਖਾਨੈ। ਕਿ ਤੁਸੀਂ ਜੋ ਸਿੱਧ ਕਰਦੇ ਹੋ ਅੱਖਰਾਂ ਦੇ ਤਲ ਤੇ ਕਰਦੇ ਹੋ ਨਾ। ਇੱਕ ਕਹਿੰਦਾ ਵੀ ਮੈਂ ਜਾਣਿਆ, ਮੈਂ ਪੜ੍ਹਿਆ, ਮੈਂ ਬਹੁਤ ਕੁਝ ਸਿੱਖਿਆ ਆਪਣੇ ਜੀਵਨ ਅੰਦਰ, ਮੈਂ ਪੜ੍ਹਾਈ ਕੀਤੀ, ਉਹ ਹੈ ਹੀ ਨਹੀਂ। ਦੂਜਾ ਆਖਦਾ ਮੈਂ ਜੋ ਧਰਮ ਗ੍ਰੰਥਾਂ ਚੋਂ ਪੜ੍ਹਿਆ, ਬੜੀਆਂ ਦਲੀਲਾਂ ਦੇ ਸਕਦਾ, ਮੈਂ ਬੜੀਆਂ ਆਰਗੂਮੈਂਟ ਨੇ ਮੇਰੇ ਕੋਲ, ਮੈਂ ਸਿੱਧ ਕਰ ਦਿਆਂਗਾ ਉਹ ਨੇੜੇ ਹੈ। ਕਹਿੰਦੇ ਨੇ ਪੰਡਿਤ ਹੋਏ ਕੈ, ਵਿਦਵਾਨ ਹੋ ਕੇ ਗ੍ਰੰਥਾਂ ਦੇ ਫਲਸਫੇ ਘੋਟਦੇ ਨੇ। ਇੱਕ ਦੇ ਕੋਲ ਨਾਸਤਕ ਬਾਣੀ ਹੈ, ਇੱਕ ਦੇ ਕੋਲ ਆਸਤਕ ਬਾਣੀ ਹੈ। ਪਰ ਕਹਿੰਦੇ ਹਨ ਮੂਰਖ ਨਾਮ ਦਿਓ ਰਾਮੈ ਜਾਂਦਾ। ਤੁਹਾਡੇ ਸਾਹਮਣੇ ਤਾਂ ਮੈਂ ਮੂਰਖ ਹਾਂ, ਕਿਉਂਕਿ ਮੇਰੇ ਕੋਲ ਤੁਹਾਡੇ ਵਰਗੀਆਂ ਦਲੀਲਬਾਜ਼ੀਆਂ ਨਹੀਂ ਹੋਣੀਆਂ ਵੀ ਕਿੱਥੇ ਕੀ ਲਿਖਿਆ। ਪਰ ਮੈਂ ਇੰਨੀ ਗੱਲ ਜਾਣਦਾ ਵੀ ਮੈਂ ਉਹਨੂੰ ਮਹਿਸੂਸ ਕਰਦਾ। ਇਸੇ ਕਰਕੇ ਮੈਂ ਤੁਹਾਡੀ ਇਸ ਲੜਾਈ ਦੇ ਵਿੱਚ ਫਸਿਆ ਨਹੀਂ। ਵੱਖਰਾ ਹਾਂ, ਆਨੰਦ ਵਿੱਚ ਹਾਂ, ਸੁਖੀ ਹਾਂ, ਜੀਵਨ ਜੀ ਰਿਹਾ, ਵਿਕਾਰਾਂ ਤੋਂ ਮੁਕਤ ਹੋ ਗਿਆ। ਮੇਰੀ ਜ਼ਿੰਦਗੀ ਦੇ ਅੰਦਰ ਤਸੱਲੀ ਹੈ, ਟਿਕਾ ਹੈ, ਕਿਉਂਕਿ ਮੈਂ ਉਹਨੂੰ ਮਹਿਸੂਸ ਕੀਤਾ। ਹਾਂ, ਤੁਹਾਡੇ ਵਰਗਾ ਇਹ ਵਕੀਲਪੁਣਾ ਮੈਂ ਕਰ ਨਹੀਂ ਸਕਦਾ। ਤੋ ਜਦੋਂ ਧਰਮ ਗ੍ਰੰਥ ਜਿਹੜੇ ਨੇ ਉਹ ਵਕੀਲਪੁਣਾ ਕਰਨ ਦੇ ਕੰਮ ਆਉਣ ਲੱਗ ਪੈਣ, ਸਮਝ ਲਓ ਜ਼ਿੰਦਗੀ 'ਚੋਂ ਇਹਨਾਂ ਦਾ ਮਹੱਤਵ ਘਟ ਗਿਆ। ਇਹ ਬੰਦੇ ਨੂੰ ਦੇ ਕੁਝ ਨਹੀਂ ਰਹੇ। ਹੁਣ ਇਹਨੂੰ ਬੰਦਾ ਦਿਮਾਗ ਦਾ ਭਾਂਡਾ ਭਰੀ ਰੱਖਣ ਵਾਸਤੇ ਹੀ ਦਿਨ ਰਾਤ ਇਹਦੇ ਤੇ ਵਰਕ ਕਰ ਰਿਹਾ। ਔਰ ਉਹ ਕੀ ਹੋਏਗਾ? ਸਤਿਗੁਰੂ ਜੀ ਆਖਦੇ ਨੇ ਝਗੜਾ ਕਾਹਦਾ ਹੈ? ਖਪ ਰਿਹਾ ਮਨੁੱਖ ਕਾਹਦੇ ਵਾਸਤੇ? ਦੇਖੈ ਪ੍ਰਮਾਦ, ਕਿਉਂਕਿ ਹਰ ਪਾਸੇ ਆਪਣਾ ਹੀ ਹੰਕਾਰ ਵੇਖ ਰਿਹਾ, ਆਪਣੇ ਹੰਕਾਰ ਨੂੰ ਹੀ ਮੁੱਖ ਰੱਖ ਰਿਹਾ, ਬਾਕੀ ਕੁਝ ਨਹੀਂ। ਵੀ ਮੈਂ ਆ ਤੇ ਬਸ ਮੈਂ ਆ, ਮੇਰੀ ਜਿੱਤ ਹੈ। ਸਤਿਗੁਰੂ ਜੀ ਆਖਦੇ ਨੇ ਜਨਮ ਮੂਏ ਨਹੀਂ ਜੀਵਨ ਆਸਾ। ਐਸੇ ਜੀਵ ਜਨਮ ਦੇ ਹੀ ਮਰ ਗਏ। ਭਾਵ ਇਹ ਹੈ ਵੀ ਉਹਨਾਂ ਦਾ ਆਤਮਿਕ ਜੀਵਨ ਤਬਾਹ ਹੋ ਗਿਆ ਹੈ। ਆਤਮਿਕ ਤੌਰ ਤੇ ਉਹ ਵਿਰਵੇ ਤੇ ਸਖਣੇ ਨੇ ਕਿਸੇ ਰਸ ਤੋਂ। ਤਾਂ ਹੀ ਉਹ ਸ਼ਬਦ ਵਰਤਿਆ, ਇਕ ਨਾ ਨਾਦ ਨਾ ਬੇਦ ਨਾ ਗੀ ਰਸ। ਕਹਿੰਦੇ ਨੇ ਉਹਨਾਂ ਨੂੰ ਨਾਦ, ਜਿਵੇਂ ਕਿਸੇ ਕੋਈ ਬੰਦਾ ਸੰਗੀਤਕਾਰ ਹੋਵੇ ਤੇ ਮੇਰੇ ਵਰਗੇ ਸੰਗੀਤ ਦੀ ਜਿਹਨੂੰ ਸੋਝੀ ਕੋਈ ਨਹੀਂ, ਉਹਦੇ ਵਾਸਤੇ ਤੇ ਰੌਲਾ ਹੀ ਹੈ ਨਾ। ਉਹ ਵੀ ਰੌਲਾ ਪਾ ਰਿਹਾ, ਬਸ ਐਵੇਂ ਕੰਨ ਖਾ ਰਹੇ, ਕੀ ਫਾਇਦਾ ਇਹਦਾ? ਪਰ ਜਿਹੜਾ ਸੰਗੀਤਕਾਰ ਹੈ ਉਹ ਮਸਤ ਹੋ ਕੇ ਸੁਣੇਗਾ। ਇੱਕ ਰਾਗ ਨਿਪੁੰਨ ਆਦਮੀ ਦੀ ਗੱਲ, ਜੋ ਗਾ ਰਿਹਾ ਨਾ ਉਹਦੀ ਸਮਝ, ਜੇ ਅੱਗੇ ਰਾਗ ਦੀ ਸੋਝੀ ਰੱਖਣ ਵਾਲਾ ਸਰੋਤਾ ਬੈਠਾ ਹੈ, ਉਹਦੇ ਵਾਸਤੇ ਉਹਦੀ ਬੜੀ ਕੀਮਤ ਹੈ। ਉਹ ਇੱਕ ਸੁਰ ਵੀ ਗਲਤ ਲਾਏਗਾ, ਉਹਨੂੰ ਪਤਾ ਲੱਗੇਗਾ। ਪਰ ਮੇਰੇ ਵਾਸਤੇ ਤੇ ਰੌਲਾ ਹੀ ਹੈ, ਭਾਵੇਂ ਉਹ ਸਹੀ ਬੋਲੇ ਜਾਂ ਗਲਤ ਬੋਲੇ, ਮੈਨੂੰ ਕੀ ਪਤਾ ਜਦੋਂ ਮੈਨੂੰ ਸੋਝੀ ਕੋਈ ਨਹੀਂ। ਇੱਕ ਨਾ ਨਾਦ ਨਾ ਬੇਦ। ਤੇ ਇਸੇ ਤਰ੍ਹਾਂ ਗਿਆਨ ਦੀ ਗੱਲ ਹੈ। ਗਿਆਨ ਦਾ ਸੋਝੀ ਦਾ ਪੱਖ ਸੋਝੀਵਾਨ ਦੇ ਸਾਹਮਣੇ ਬੜਾ ਫਿੱਟ ਬੈਠਦਾ ਹੈ। ਅਣਜਾਣ ਆਦਮੀ ਦੇ ਲਈ ਤਾਂ ਉਹ ਖਾਲੀ ਭਾਸ਼ਣ ਹੈ, ਰੌਲਾ ਹੈ। ਉਹਦਾ ਕੀ ਲਾਭ ਹੈ? ਕਿਉਂਕਿ ਉਹਦੇ ਅੰਦਰ ਉਹ ਰਸ ਨਹੀਂ ਜਿਹੜਾ ਰਸ ਕਹਿਣ ਵਾਲੇ ਦੇ ਅੰਦਰ ਹੈ। ਤਾਂ ਉੱਥੇ ਗੈਪ ਪੈ ਗਿਆ, ਫਰਕ ਪੈ ਗਿਆ। ਹੁਣ ਗੁਰੂ ਸਾਹਿਬ ਜੋ ਵਿਚਾਰ ਆਪਣੀ ਬਾਣੀ 'ਚ ਦਿੰਦੇ, ਜੇ ਸਾਡੇ ਅੰਦਰ ਵੈਸੀ ਭਾਵਨਾ ਨਹੀਂ ਉਪਜਦੀ ਤੇ ਇਹਦਾ ਮਤਲਬ ਵੀ ਸਾਡੇ ਵਾਸਤੇ ਧਰਮ ਗ੍ਰੰਥ ਤਾਂ ਇੱਕ ਪੜ੍ਹਨ ਦੀ ਚੀਜ਼ ਹੈ। ਪੜ੍ਹ ਲਿਆ, ਨਾ ਪੜ੍ਹ ਲਿਆ ਤਾਂ ਵੀ ਠੀਕ ਹੈ, ਪੈਸੇ ਦੇ ਕੇ ਪੜ੍ਹਾ ਲਿਆ ਤਾਂ ਵੀ ਠੀਕ ਹੈ। ਤੇ ਜੇ ਇੱਥੇ ਬੈਠੇ ਆ ਦੂਰ ਕਿਸੇ ਧਰਮ ਸਥਾਨ ਤੇ ਪੈਸੇ ਜਮ੍ਹਾਂ ਕਰਾ ਕੇ ਪੜ੍ਹਾ ਲਿਆ, ਕਿਉਂਕਿ ਰਸ ਨਾਂ ਦੀ ਚੀਜ਼ ਕੋਈ ਨਹੀਂ, ਫਿਰ ਵਪਾਰ ਸ਼ੁਰੂ ਹੋਏਗਾ। ਇਹ ਤਾਂ ਸੁਭਾਵਿਕ ਜੀ ਗੱਲ ਹੈ।
ਹੁਣ ਗੌਰ ਕਰਨਾ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਣੰਤ। ਇਹਨਾਂ ਕੋਮਲ ਕਲਾਵਾਂ ਦਾ ਕਈਆਂ ਨੂੰ ਗਿਆਨ ਨਹੀਂ, ਰਸ ਨਹੀਂ। ਮੈਨੂੰ ਗਾਥਾ ਯਾਦ ਹੈ, ਔਰੰਗਜ਼ੇਬ ਨੇ ਬੜਾ ਕੱਟੜ ਸੀ, ਤੰਗ ਦਿਲ ਸੀ। ਕਾਜ਼ੀਆਂ ਨੇ ਆਖਿਆ ਬਾਦਸ਼ਾਹ ਸਲਾਮਤ, ਰਾਗ ਸ਼ਰ੍ਹਾ ਦੇ ਮੁਤਾਬਕ ਹਰਾਮ ਹੈ, ਇਹ ਨਹੀਂ ਗਾਇਆ ਜਾ ਸਕਦਾ। ਤੋ ਸ਼ਾਹੀ ਦਰਬਾਰ ਵਿੱਚ ਨਾ ਉਹਨਾਂ ਨੇ ਬੜੇ ਵੱਡੇ ਵੱਡੇ ਸੰਗੀਤਕਾਰ ਰਾਗੀ ਰੱਖੇ ਹੁੰਦੇ ਸਨ, ਸਾਰੇ ਨੌਕਰੀ ਤੋਂ ਕੱਢ ਦਿੱਤੇ। ਕਹਿਣ ਲੱਗੇ ਇਹਨਾਂ ਦੀ ਕੀ ਲੋੜ ਹੈ, ਤੇ ਸ਼ਰ੍ਹਾ ਦੇ ਮੁਤਾਬਕ ਹਰਾਮ ਹੈ ਇਹ ਸਾਰੀ ਚੀਜ਼। ਮੁਸ਼ਾਇਰੇ, ਮੁਸ਼ਾਇਰੇ ਕਹਿੰਦੇ ਨੇ ਜਿੱਥੇ ਸ਼ਾਇਰੀ ਕਰਨ ਵਾਲੇ ਲੋਕ ਜੁੜਦੇ ਨੇ, ਮਜਲਸ ਸਜਦੀ, ਸ਼ਾਇਰੀ ਕੀਤੀ ਜਾਂਦੀ, ਜਿਵੇਂ ਕਵੀ ਦਰਬਾਰ ਹੁੰਦੇ ਨੇ। ਮੁਸ਼ਾਇਰਿਆਂ ਤੇ ਪਾਬੰਦੀ ਲਾ ਦਿੱਤੀ, ਕਹਿਣ ਲੱਗਾ ਇਹ ਕੁਫਰ ਪੈਦਾ ਕਰਦੇ ਨੇ, ਇਹ ਵੀ ਬੰਦ ਕਰੋ। ਬੜਾ ਤੰਗ ਦਿਲ ਸੀ ਉਹ ਬੰਦਾ, ਉਹਨੂੰ ਇਹਨਾਂ ਕੋਮਲ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ, ਇਹਨਾਂ ਹੁਨਰਾਂ ਦੀ ਉਹ ਕੀ ਕਦਰ ਨਹੀਂ ਸੀ ਜਾਣਦਾ। ਉਹਨੇ ਰਾਗ ਤੇ ਵੀ ਪਾਬੰਦੀ ਤੇ ਮੁਸ਼ਾਇਰਿਆਂ ਤੇ, ਸ਼ਾਇਰਾਂ ਤੇ, ਕਵਿਤਾ ਘਰਾਂ ਤੇ, ਕਵੀ ਦਰਬਾਰਾਂ ਤੇ ਵੀ ਪਾਬੰਦੀ ਆਇਦ ਕਰ ਦਿੱਤੀ। ਮਿੱਟੀ ਦੇ ਖਿਡੌਣੇ ਤੱਕ ਉਹਨ ਬੰਦ ਕਰਵਾ ਦਿੱਤੇ। ਕਹਿਣ ਲੱਗਾ ਇਹ ਤਾਂ ਬੁੱਤ ਪ੍ਰਸਤੀ ਸ਼ੁਰੂ ਹੋ ਜਾਏਗੀ। ਮਤਲਬ ਇੰਨਾ ਤੰਗ ਦਿਲ ਹੋ ਗਿਆ ਇਨਸਾਨ ਵੀ ਬੱਚਾ ਮਿੱਟੀ ਦੇ ਖਿਡੌਣੇ ਨਾਲ ਵੀ ਨਹੀਂ ਖੇਡ ਸਕਦਾ। ਖੈਰ, ਜ਼ੇਬੁਲ ਨਿਸ਼ਾ, ਉਸ ਦੀ ਆਪਣੀ ਧੀ ਇੱਕ ਬੜੀ ਚੰਗੀ ਕਵੀ ਸੀ ਔਰ ਬੜੇ ਸੋਹਣੇ ਉਹ ਫਿਕਰੇ ਜੋੜਦੀ ਸੀ। ਬਾਗ ਦੇ ਵਿੱਚ ਨਾ ਬਗੀਚੇ 'ਚ ਟਹਿਲ ਰਹੇ ਨੇ ਪਿਓ ਧੀ। ਇੱਕ ਬੁਲਬੁਲ ਨੇ ਆਵਾਜ਼ ਕੱਢੀ। ਬੁਲਬੁਲ ਦੀ ਆਵਾਜ਼ ਬੜੀ ਮਿੱਠੀ ਹੁੰਦੀ ਹੈ, ਕੰਨਾਂ ਨੂੰ ਸਕੂਨ ਦਿੰਦੀ ਹੈ। ਉਹਨੇ ਇੱਕ ਫਿਕਰਾ ਜੋੜ ਕੇ ਨਾ ਆਪਣੇ ਕੋਲੋਂ 2 ਲਾਈਨਾਂ ਦਾ ਇੱਕ ਕਾਵ ਟੋਟਾ ਜੋੜ ਕੇ ਤੇ ਉਸ ਬੁਲਬੁਲ ਨੂੰ ਸੁਣਾਇਆ। ਉਹਦਾ ਭਾਵ ਇਹ ਸੀ, ਹੇ ਬੁਲਬੁਲ ਹੌਲੀ ਬੋਲ, ਮੇਰੇ ਬਾਦਸ਼ਾਹ ਸਲਾਮਤ ਦਾ ਮਜ਼ਾਜ ਬੜਾ ਕੋਮਲ ਹੈ, ਤੇਰੀ ਆਵਾਜ਼ ਨਾਲ ਉਹ ਜ਼ਖਮੀ ਹੋ ਜਾਏਗਾ। ਤੇਰੀ ਆਵਾਜ਼ ਭਾਵੇਂ ਬੜੀ ਮਿੱਠੀ ਹੈ, ਬੜੀ ਸਲਾਹੀ ਗਈ ਹੈ ਸਾਰਿਆਂ ਵੱਲੋਂ, ਪਰ ਮੇਰੇ ਬਾਦਸ਼ਾਹ ਦਾ ਮਜ਼ਾਜ ਸੁਭਾਅ ਇੰਨਾ ਕੋਮਲ ਹੈ, ਤੇਰੀ ਆਵਾਜ਼ ਨਾਲ ਵੀ ਇਹਨੇ ਜ਼ਖਮੀ ਹੋ ਜਾਣਾ। ਇਸ ਕਰਕੇ ਤੂੰ ਨਾ ਬੋਲ, ਕਿਉਂਕਿ ਤੇਰੀ ਇਹ ਮਿੱਠੀ ਆਵਾਜ਼ ਸਹਿ ਨਹੀਂ ਸਕਦਾ। ਔਰੰਗਜ਼ੇਬ ਨੇ ਬੜਾ ਸੋਚਿਆ ਵੀ ਇਹਦਾ ਕੀ ਮਤਲਬ ਹੋ ਸਕਦਾ ਹੈ। ਉਹਨੂੰ ਪੁੱਛਿਆ, ਉਹਨੇ ਦੱਸਿਆ। ਕਹਿਣ ਲੱਗੀ ਇਹਦਾ ਮਤਲਬ ਇੱਕੋ ਹੀ ਹੈ ਕਿ ਕੋਮਲ ਗੱਲਾਂ ਵੀ ਤੁਹਾਨੂੰ ਦੁਖਦਾਈ ਲੱਗਦੀਆਂ ਨੇ, ਕਿਉਂਕਿ ਤੁਹਾਨੂੰ ਆਪ ਨੂੰ ਇਹਨਾਂ ਗੱਲਾਂ ਦਾ ਗਿਆਨ ਤੇ ਸੋਝੀ ਕੋਈ ਨਹੀਂ। ਇਸ ਕਰਕੇ ਤੁਹਾਡੇ ਲਈ ਬਕਵਾਸਬਾਜ਼ੀ ਹੈ, ਤੁਹਾਡੇ ਲਈ ਵਿਅਰਥ ਹੈ, ਰੌਲਾ ਗੌੜਾ ਹੈ, ਤੁਹਾਡੇ ਲਈ ਧਰਮ ਤੋਂ ਉਲਟ ਹੈ, ਤੁਹਾਡੇ ਲਈ ਵਿਧਾਨ ਤੋਂ ਉਲਟ ਹੈ। ਇਸ ਕਰਕੇ ਮੈਂ ਇਹ ਗੱਲ ਕਹੀਏ ਵੀ ਸ਼ਾਇਦ ਬੁਲਬੁਲ ਦੇ ਬੋਲਣ ਤੇ ਵੀ ਪਾਬੰਦੀ ਲੱਗ ਜਾਏ, ਕਿਉਂਕਿ ਤੁਹਾਨੂੰ ਕਿਸੇ ਦੀ ਕੋਈ ਕੋਮਲ ਮਿੱਠੀ ਆਵਾਜ਼ ਦਾ ਗਿਆਨ ਨਹੀਂ, ਰਸ ਨਹੀਂ ਤੁਹਾਡੇ ਅੰਦਰ। ਇਸ ਕਰਕੇ ਬੇਰਸਾ ਤੁਸੀਂ ਜੀਵਨ ਜਿਉਂਦੇ ਹੋ ਤੇ ਦੂਜਿਆਂ ਦਾ ਰਸ ਵੀ ਹਰਾਮ ਕਰਨ ਤੇ ਲੱਗੇ ਹੋਏ ਹੋ। ਮੁਸ਼ਾਇਰਿਆਂ ਤੋਂ ਪਾਬੰਦੀ ਚੁੱਕ ਦਿੱਤੀ ਉਹਨੇ ਆਪਣੀ ਧੀ ਦੀ ਇਹ ਗੱਲ ਸੁਣ ਕੇ। ਇਹ ਤਾਂ ਕੇਵਲ ਇੱਕ ਅੱਧ ਗੱਲ ਹੈ ਉਹਦੇ ਜੀਵਨ ਦੀ। ਖੈਰ, ਜੋ ਮੈਂ ਗੱਲ ਕਰ ਰਿਹਾ ਵੀ ਗੁਰੂ ਸਾਹਿਬ ਕਹਿੰਦੇ ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਨਾ ਸਿੱਧ ਨਾ ਬੁੱਧ ਨਾ ਅਕਲ, ਸਰ ਅੱਖਰ ਕਾ ਭਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਕੋਈ ਵੀ ਕੋਮਲ ਕਲਾ ਅੰਦਰ ਨਹੀਂ, ਫਿਰ ਵੀ ਹਉਮੈ ਸਭ ਤੋਂ ਜ਼ਿਆਦੀ ਹੈ ਵੀ ਮੈਂ ਹੀ ਸਭ ਜਾਣਦਾ, ਮੈਨੂੰ ਹੀ ਸਭ ਪਤਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ, ਐਸੇ ਜੀਵ ਜਨਮੇ ਮੂਏ ਇੱਕ ਬਰਾਬਰ ਨੇ, ਨਹੀਂ ਜੀਵਨ ਆਸਾ। ਉਹਨਾਂ ਦੇ ਕੋਲ ਆਤਮਿਕ ਜੀਵਨ ਦੀ ਕੋਈ ਰੋਸ਼ਨੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਨੇ, ਆਏ ਚੱਲੇ ਭਏ ਆਸ ਨਿਰਾਸਾ। ਉਹ ਜਗਤ ਵਿੱਚ ਆਏ, ਔਖੇ ਸੌਖੇ ਜੀਵੇ ਤੇ ਤੁਰ ਗਏ। ਉਹਨਾਂ ਦੀ ਆਤਮਿਕ ਜੀਵਨ ਨੂੰ ਕੋਈ ਬੂਰ ਨਹੀਂ ਪਿਆ। ਉਹਨਾਂ ਦਾ ਆਤਮਿਕ ਜੀਵਨ ਨਿਰਾਸ਼ਾ ਹੀ ਚਲਿਆ ਗਿਆ, ਆਸ ਟੁੱਟੀ ਰਹੀ। ਗੁਰੂ ਮਹਾਰਾਜ ਜੀ ਆਖਦੇ ਹਨ, ਝੁੱਖ ਝੁਰ ਝੁਰ ਝੱਖ ਮਾਟੀ ਰਲ ਜਾਏ, ਖੱਪ ਖੱਪ ਕੇ ਝੱਖਾਂ ਮਾਰ ਮਾਰ ਕੇ, ਹਉਮੈ ਦੇ ਪ੍ਰਭਾਵ ਥੱਲੇ ਜੀ ਕੇ, ਹਉਮੈ ਦੀਆਂ ਗੱਲਾਂ ਦੇ ਡੰਕੇ ਵਜਾ ਕੇ ਗੁਰੂ ਸਾਹਿਬ ਕਹਿੰਦੇ ਅਖੀਰ ਉਹ ਮਿੱਟੀ ਹੋ ਗਏ। ਖਾਕ ਆਤਮਿਕ ਤੌਰ ਤੇ ਵੀ ਮਿੱਟੀ ਹੋ ਗਏ, ਸਰੀਰ ਦੀ ਮਿੱਟੀ ਵੀ ਰੁਲ ਗਈ, ਪਰ ਸਾਰੀ ਉਮਰ ਹਉਮੈ ਦਾ ਝੰਡਾ ਹੀ ਚੁੱਕੀ ਰੱਖਿਆ। ਸਾਰੀ ਉਮਰ ਆਪਣੀ ਮੈਂ ਮੇਰੀ ਦੀ ਭਾਵਨਾ ਤੋਂ ਬਾਹਰ ਆ ਕੇ ਇੱਕ ਪਲ ਵੀ ਜੀਵਨ ਦਾ ਆਨੰਦ ਨਹੀਂ ਲਿਆ। ਮੈਂ ਹਾਂ ਤੇ ਬਸ ਮੈਂ ਹਾਂ। ਇਸੇ ਕਰਕੇ ਹੀ ਸਾਰੀ ਜ਼ਿੰਦਗੀ ਬੇਰਸੀ ਕਰ ਛੱਡੀ। ਗੁਰੂ ਮਹਾਰਾਜ ਆਖਦੇ ਨੇ, ਕਾਲ ਨਾ ਚਾਂਪੈ ਹਰ ਗੁਣ ਗਾਏ। ਪਰ ਜਿਨ੍ਹਾਂ ਦੇ ਪੱਲੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਹਨ, ਉਹਨਾਂ ਨੂੰ ਆਤਮਿਕ ਮੌਤ ਪੋ ਨਹੀਂ ਸਕਦੀ। ਤੁਸੀਂ ਸ਼ਬਦ ਪੜ੍ਹਦੇ ਹੋ, ਆਖਾਂ ਜੀਵਾਂ ਵਿਸਰੈ, ਇਹ ਸਰੀਰ ਦੀ ਮੌਤ ਦਾ ਜ਼ਿਕਰ ਨਹੀਂ, ਇਹ ਮਾਨਸਿਕ ਆਤਮਿਕ ਜ਼ਿੰਦਗੀ ਔਰ ਮੌਤ ਦੇ ਤਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰਦੇ ਨੇ।
जे उस जीवन की चिणक साडे अंदर है तो सरीरक स्वास भोगदियां आनंद है, सकून है, बड़ा वधिया लगता है। पर नहीं तो यह भी एक बोझ जिहा लगती है भी सजा पूरी कर रहे हैं। कई लोग कहेंगे जी इन्नी लंघ गई, इन्नी रह गई, इवें लगता है बेचारे बहुत तंग ने, दुखी ने, क्योंकि लंघा रहे ने ना, जी नहीं रहे। दोवां च बड़ा फर्क हुंदा है। लंघ ते जाएगी, समय ने किहड़ा सानू पुछ के चलना है, वो तो लंघाई जा रहे, 20 लंघ गए, 30 लंघ गए, किसी दे 40 लंघ जाएगी। जिन्नी को होएगी कुदरत के असूल के मुताबक लंघी तो इन्हें जाना ही है। सवाल बंदिया तेरा यतन इनू लंघाउण दा नहीं होना चाहिए, तेरा यतन इनू जीण दा होना चाहिए। तेरी ड्यूटी इनू जीना, लंघाउणा तो इनू समय ने है, खर्च तो इनू समा कर रहा है, पर तू ये जिउंदा किन्ना कह, तेरी ये ड्यूटी है कुदरत वालों तैनू जिहड़ी बुद्ध दिती है, सुरत दिती, मत दिती, वो जीण वास्ते दिती है, लंघाउण वास्ते नहीं। लंघाएगा तो इनू समा, ये ड्यूटी समय दी है, तेरी नहीं है। बस इहो ही फर्क है मनुख का भी औखा सौखा लंघाउणा चाहुंदा है। सतगुरु गुरु ग्रंथ साहब महाराज जी बख्शिश करते ने, पाई नाम निध हर कै नाए। आत्मक निधां भाव आत्मक गुणा दे खजाने जिन्हां ने हरि अकाल पुरख वाहिगुरु दे नाम दी याद दी होंद दा एहसास करके उहनूं चेते यादाश्त विच रख के प्राप्त कीते ने, वो कहिंदे हन आपे देवै सहज सुभाए। अकाल पुरख वाहिगुरु सुभावक ही ये बख्शिश उन्हां मनुखां दे उपर कर दिंदा है। वो ये दात वो आप ही दिंदा है ते सहज सुभाग ही, जिन्हों कहे ना मिलियो आए अचिंता। अचिंता का अर्थ हुंदा है भी सहज सुभा ही ये दात वाहिगुरु अकाल पुरख ने उन्हां दी झोली विच पाई, उन्हां नूं बख्शिश कर दिती अपने गुणां दी, सचियारे जीवन दी, आत्मक रोशनी दी, जिन्हां ने गुरु दे शब्द दा पल्ला फड़िया और गुरु दे दसे होए राह ते चलदियां गुरमत मिली है 20-21 भी गुरु दे मत दे राह दे उत्ते चलदियां होया वो उस अकाल पुरख वाहिगुरु दे नाल आत्मक मानसिक तौर उपर एक सुर हो गए, यानी कि सच दा रूप हो गए। सतगुरु महाराज मेहर करन ऐसे जीवन दी दात सानू जो सतगुरु जी बाणी राही बख्शिश कर रहे ने, असी उस दे अभिलाखी बन सकीए, तांग रख सकीए। होईयां भुल्लां चुकां दी खिमा गुरु ग्रंथ साहब जी बख्शण सबना दा धन्नवाद। फतेह बुलाओ। वाहिगुरु जी का खालसा, वाहिगुरु जी की फतेह।